ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ 403 ਅੰਕ ਤੋਂ ਗਿਆਨ ਸ਼ੁਰੂ ਕਰਾਂਗੇ। 403 ਨਹੀਂ ਜੀ, ਇੱਕ ਸੈਕਿੰਡ। ਹਾਂ 403 ਤੋਂ ਹੀ ਆ ਜੀ। 403 ਤੋਂ ਸ਼ੁਰੂ ਕਰਾਂਗੇ ਗਿਆਨ। ਆਸਾ ਰਾਗ ਦੇ ਵਿੱਚ ਜਿਹੜਾ ਪੰਜਵੀਂ ਪਾਤਸ਼ਾਹੀ ਦੇ ਜਿਹੜੇ ਸ਼ਬਦ ਲੈ ਰਹੇ ਆ, ਇਹ ਪਹਿਲਾਂ 7 ਸ਼ਬਦਾਂ ਦੀ ਲੜੀ ਸੀਗੀ, ਉਹ ਪੂਰੀ ਹੋਈ। ਹੁਣ ਜਿਹੜੇ ਹੈਗੇ ਫਿਰ ਜਿਹੜੇ ਹੈਗੇ 6 ਸ਼ਬਦਾਂ ਦੀ ਜਿਹੜੀ ਹੈਗੀ ਇਹ ਟੌਪਿਕ, ਇਹ ਜਿਹੜਾ ਹੈਗਾ 6 ਸ਼ਬਦਾਂ ਦਾ ਸਬਜੈਕਟ ਹੈਗਾ। ਇਹ 2 ਸਬਜੈਕਟ 6 ਦੇ ਹੈਗੇ, ਫਿਰ ਮੇਰੇ ਖਿਆਲ 9 ਦਾ ਹੈਗਾ, ਇੱਕ ਅੱਗੇ ਵੀ 9 ਦਾ ਸਬਜੈਕਟ ਹੈਗਾ। ਇਸ ਤਰ੍ਹਾਂ ਟੌਪਿਕ ਵਾਈਜ਼ ਗਿਆਨ ਹੈਗਾ। 130ਵਾਂ ਹੈਗਾ 130 ਸ਼ਬਦ ਨੰਬਰ, ਅਤੇ 403 ਜਿਹੜਾ ਹੈਗਾ ਅੰਗ ਹੈਗਾ ਗੁਰੂ ਮਹਾਰਾਜ ਦਾ। ਇੱਥੋਂ ਆਪਾਂ ਸ਼ੁਰੂ ਕਰ ਰਹੇ ਹਾਂ ਜੀ। ਮਹਾਰਾਜ ਮਿਹਰ ਕਰਨ, ਇਕਾਗਰਤਾ ਬਖਸ਼ਣ, ਔਰ ਜਿਹੜਾ ਹੈਗਾ ਇਹ ਗਿਆਨ ਜਿਹੜਾ ਹੈਗਾ ਆਪਾਂ ਨੂੰ ਦੇਣ। ਇਹਦੀ ਉਚਾਈ ਆਪਾਂ ਜਿਹੜੇ ਹੈਗੇ ਆਪਣੇ ਅੰਦਰ ਜਿਹੜਾ ਹੈਗਾ ਘਰ ਕਰੇ, ਔਰ ਇਹਦੇ ਅਨੁਸਾਰ ਜਿਹੜਾ ਹੈਗਾ ਆਪਣਾ ਜੀਵਨ ਜਿਹੜਾ ਹੈਗਾ ਉਹਨੂੰ ਆਪਾਂ ਰੀਬਿਲਟ ਕਰ ਸਕੀਏ। ਬਸ ਇਹੀ ਉਪਰਾਲਾ ਹੈਗਾ। ਹੋਰ ਕੋਈ ਕਿਸੇ ਕਿਸਮ ਦਾ ਕੋਈ ਜਿਹੜਾ ਹੈਗਾ ਸਾਡਾ ਕੋਈ ਇੰਟਰਸਟ ਨਹੀਂ ਹੈਗਾ, ਕੋਈ ਦਾਅਵਾ ਵੀ ਨਹੀਂ ਹੈਗਾ ਭਾਈ ਕਿ ਅਸੀਂ ਜੋ ਗੱਲ ਕਰ ਰਹੇ, ਜੋ ਵਿਚਾਰ ਆ ਰਹੀ ਹੈ, ਇਹ ਜਿਹੜੀ ਹੈਗੀ ਇਹ ਸਹੀ ਹੈਗੀ ਆ। ਕੋਈ ਦਾਅਵਾ ਨਹੀਂ ਹੈ ਭਾਈ। ਹੱਥ ਬੰਨ੍ਹ ਕੇ ਬੇਨਤੀ ਹੈਗੀ, ਕੰਨਾਂ ਨੂੰ ਹੱਥ ਲਾ ਕੇ, ਬਈ ਕੋਈ ਜਿਹੜਾ ਹੈਗਾ ਨਹੀਂ ਹੈਗਾ, ਕੋਈ ਦਾਅਵਾ ਨਹੀਂ ਹੈ। ਜੋ ਮਾਲਕ ਜਿਸ ਤਰ੍ਹਾਂ ਦਾ ਵੀ ਹੋ ਰਿਹਾ ਹੈ, ਮਾਲਕ ਪਰਮਾਤਮਾ ਦੀ ਮਰਜ਼ੀ ਹੈਗੀ, ਉਹ ਜਾਣਦਾ ਹੈ ਭਾਈ। ਉਹ ਜਿੰਨੀ ਕੁ ਜਿਹੜੀ ਹੈਗੀ ਆਪਣੇ ਅੰਦਰ ਜਿਹੜੀ ਜਗ੍ਹਾ ਹੈਗੀ, ਉਸ ਤੋਂ ਵੱਧ ਜਿਹੜਾ ਹੈਗਾ ਮਾਲਕ ਦੇ ਰਿਹਾ ਹੈ। ਅਸੀਂ ਤਾਂ ਉਹਦੇ ਸ਼ੁਕਰਗੁਜ਼ਾਰ ਹੈਗੇ ਹਾਂ। ਆਸਾ ਘਰ 11ਵਾਂ ਮਹੱਲਾ 5ਵਾਂ। ਇੱਕ ਓਂਕਾਰ ਸਤਿਗੁਰ ਪ੍ਰਸਾਦ। ਨਟੂਆ ਪੇਖ ਦਿਖਾਵੈ ਬਹੁਵਿਧ। ਦੇਖੋ 11ਵਾਂ ਘਰ ਹੈਗਾ, ਦੋ ਲਾਈਨਾਂ 'ਤੇ ਜਿਹੜਾ ਬੰਦ ਹੈਗਾ, ਇਹਦੇ ਵਿੱਚ 11 ਵਾਰੀ ਜਿਹੜਾ ਹੈਗਾ ਵਿਸ਼ਰਾਮ ਦੇਣਾ ਹੈ। 11 ਘਰ 10 ਵਾਰੀ ਵਿਚਾਲੇ ਜਿਹੜਾ ਹੈਗਾ ਇਹਦੇ ਵਿੱਚ ਬ੍ਰੇਕ ਲੈਣੀ ਹੈ। 2 ਲਾਈਨਾਂ ਦੇ ਵਿੱਚ ਇੰਸਟਰਕਸ਼ਨ ਦੇਖ ਲਓ ਉੱਪਰ। ਆਸਾ ਘਰ 11ਵਾਂ ਮਹੱਲਾ 5ਵਾਂ। ਇੰਨਾ ਗੂੜਾ ਗਿਆਨ ਹੈਗਾ ਇਹਦੇ ਵਿੱਚ, ਇੱਕ ਇੱਕ ਅੱਖਰ ਦੇ ਵਿੱਚ ਗਿਆਨ ਭਰਿਆ ਪਿਆ ਹੈ। ਆਸਾ ਘਰ 11ਵਾਂ ਮਹੱਲਾ 5ਵਾਂ। ਇੱਕ ਓਂਕਾਰ ਸਤਿਗੁਰ ਪ੍ਰਸਾਦ। ਨਟੂਆ ਭੇਖ ਦਿਖਾਵੈ ਬਹੁਵਿਧ। ਜੈਸਾ ਹੈ ਉਹ ਤੈਸਾ ਰੇ। ਕਹਿੰਦੇ ਤੂੰ ਹੈ ਕੌਣ? ਤੂੰ ਹੈ ਕੌਣ? ਤੂੰ ਮਨੁੱਖ ਦਾ ਸਰੀਰ ਲੈ ਲਿਆ, ਕਦੀ ਤੂੰ ਤੀਵੀਂ ਦਾ ਸਰੀਰ ਲੈ ਲੈਣਾ, ਕਦੀ ਤੂੰ ਜਿਹੜਾ ਹੈਗਾ ਜਾਨਵਰ ਦਾ ਸਰੀਰ ਲੈ ਲੈਣਾ, ਕਦੀ ਤੂੰ ਪਰਿੰਦੇ ਦਾ ਲੈ ਲੈਣਾ ਹੈ, ਕਦੀ ਤੂੰ ਮੱਛਰ ਬਣ ਜਾਣਾ ਹੈ, ਕਦੀ ਤੂੰ ਖਟਮਲ ਬਣ ਜਾਣਾ ਹੈ, ਕਦੀ ਤੂੰ ਸਪਰਮ ਤੋਂ ਆਉਣਾ ਹੈ। ਤੂੰ ਹੈ ਕੌਣ? ਇਹ ਨਾਟਿਆਂ ਤੂੰ ਤਾਂ ਨੱਟ ਕੌਣ ਹੁੰਦਾ? ਨਾਟਕ ਕਰਦਾ ਜਿਹੜਾ ਡਾਕਟਰ ਬਣ ਗਿਆ, ਇੰਜੀਨੀਅਰ ਬਣ ਗਿਆ, ਪਾਇਲਟ ਬਣ ਗਿਆ। ਨਟੂਆ ਭੇਖ ਦਿਖਾਵੇ ਬਹੁਵਿਧ। ਤੂੰ ਤਾਂ ਭੇਖ ਦਿਖਾ ਰਿਹਾ ਆ, ਇੰਨੇ ਭੇਖ ਧਾਰਨ ਕਰ ਰਿਹਾ ਆ। ਤੂੰ ਹੈ ਕੌਣ? ਕਦੀ ਆਪਾਂ ਨੇ ਆਪਣੇ ਆਪ ਨੂੰ ਪੁੱਛਿਆ ਆ? ਨਟੂਆ ਭੇਖ ਦਿਖਾਵੇ ਬਹੁਵਿਧ। ਜੈਸਾ ਹੈ ਉਹ ਤੈਸਾ ਰੇ। ਕਦੀ ਦੇਖਿਆ ਆਪਾਂ ਨੇ ਵੀ ਆਪਾਂ ਕਿਹੇ ਜਿਹੇ ਹੈਗੇ ਆ, ਜਿਹੜੇ ਉਹ ਬਦਲਦਾ ਨਹੀਂ, ਅੰਦਰ ਕੀ ਹੈਗੇ ਆ ਆਪਾਂ? ਨਟੂਆ ਭੇਖ ਦਿਖਾਵੇ ਬਹੁਵਿਧ। ਜੈਸਾ ਹੈ ਉਹ ਤੈਸਾ ਰੇ। ਕਹਿੰਦੇ ਅਸਲੀ ਜੋ ਹੈਗਾ ਉਹੀ ਹੈਗਾ ਉਹ, ਬਾਕੀ ਸਾਰੇ ਭੇਖ ਹੈਗੇ। ਇਹਦਾ ਮਤਲਬ ਆਪਾਂ ਜਿਹੜੇ ਹੈਗੇ, ਜੋ ਕੁਛ ਆਪਾਂ ਦਿਖ ਰਹੇ ਹਾਂ, ਜੋ ਕੁਛ ਆਪਾਂ ਸਮਝ ਰਹੇ ਹਾਂ, ਜੋ ਕੁਛ ਆਪਾਂ ਜਿਹੜੇ ਹੈਗੇ ਆ ਬਣੇ ਬੈਠੇ ਆ, ਉਹ ਸਾਰਾ ਕੁਛ ਜਿਹੜਾ ਹੈਗਾ ਧੋਖਾ ਹੈਗਾ। ਸਾਰਾ ਭੇਖ ਹੈਗਾ, ਭੇਖ। ਔਰ ਆਹ ਭੇਖ ਦੇ ਨਾਲ ਦੁਨੀਆ ਦੇ ਵਿੱਚ ਵਿਚਰ ਰਹੇ ਹਾਂ ਆਪਾਂ, ਲੋਕਾਂ ਦੇ ਨਾਲ ਵਿਚਰ ਰਹੇ ਹਾਂ ਆਪਾਂ। ਇਸ ਭੇਖ ਦੇ ਕਾਰਨ, ਇਸ ਸਰੀਰ ਦੇ ਕਾਰਨ, ਇਸ ਸਿਰਫ ਜਿਹੜਾ ਹੈਗਾ ਇਹ ਬਾਹਰੀ ਲਿਫਾਫੇ ਦੇ ਕਾਰਨ।
ਔਰ ਇਹਦੇ ਨਾਲ ਦਾਅਵੇ ਆ, ਇਹਦੇ ਨਾਲ ਆਕੜ ਹੈਗੀ, ਇਹਦੇ ਨਾਲ ਦੇਖੋ ਕਿਵੇਂ ਜਿਹੜਾ ਹੈਗਾ ਆਪਾਂ ਕਿਵੇਂ ਜਿਹੜਾ ਹੈਗਾ ਚੜ੍ਹ ਕੇ ਬਹਿੰਦੇ ਆ ਉੱਪਰ ਵੀ ਫਲਾਨਾ ਇਸ ਤਰ੍ਹਾਂ ਹੈ, ਟਿਮਕਾ ਉਸ ਤਰ੍ਹਾਂ ਹੈ, ਆਹ ਇਸ ਤਰ੍ਹਾਂ ਹੈਗਾ, ਉਹ ਇਸ ਤਰ੍ਹਾਂ ਹੈਗਾ। ਨਠੂਆ ਭੇਖ ਦਿਖਾਵੇ ਬਹੁ ਬਿਦ, ਜੈਸਾ ਹੈ ਉਹ ਤੈਸਾ ਰੇ। ਬਸ ਆਹ ਚੀਜ਼ ਹੈਗੀ, ਦੇਖ ਲਓ ਭਾਈ। ਅਨਕ ਜੋਨ ਭਰਮਿਓ ਪਰਮ ਪੀਤਰ, ਸੁਖੇ ਨਾਹੀ ਪਰਵੇਸਾਰੇ। ਇੰਨੀਆਂ ਜੂਨਾਂ ਇੰਨੇ ਭੇਖ ਕਰ ਚੁੱਕਾ ਹੈ ਇਸ ਭਰਮ ਦੇ ਵਿੱਚ, ਇਸ ਭੁਲੇਖੇ ਦੇ ਵਿੱਚ, ਇਸ ਭੇਖ ਦੇ ਵਿੱਚ, ਇਸ ਟਰੈਪ ਦੇ ਵਿੱਚ। ਤੈਨੂੰ ਸੁੱਖ ਆਇਆ ਹੀ ਨਹੀਂ ਹਾਲੇ ਤੱਕ, ਤੈਨੂੰ ਪਤਾ ਹੀ ਨਹੀਂ ਲੱਗਿਆ ਸੁੱਖ ਕੀ ਹੈਗਾ। ਸੁਖੇ ਨਾਹੀ ਪਰਵੇਸਾਰੇ। ਔਰ ਆ ਵੀ ਜਿਹੜਾ ਹੈਗਾ ਜਨਮ ਜਿਹੜਾ ਹੈਗਾ ਜਾ ਰਿਹਾ, ਆਖਰੀ ਪੜਾਅ ਤੇ ਆ ਗਿਆ। ਮੇਰੇ ਵਰਗਾ ਤਾਂ, ਮੇਰੇ ਵਾਸਤੇ ਤਾਂ ਬਿਲਕੁਲ 100% ਟਰੂ ਹੈਗਾ ਜੀ। ਨਟੂਆ ਭੇਖ ਦਿਖਾਵੇ ਬਹੁ ਬਿਦ, ਜੈਸਾ ਹੈ ਉਹ ਤੈਸਾ ਰੇ। ਅਨਕ ਜੋਨ ਪਰਮਿਓ ਪਰਮ ਪੀਤਰ, ਸੁਖੈ ਨਾਹੀ ਪਰਵੇਸਾਰੇ। साजन संत हमारे मीता, बिन हर हर आनी तारे। साजन संत हमारे मीता, बिन हर हर आनी तारे। कहते हे सज्जणा, हे साधु, मेरे मित्र, मेरे मित्रों, सज्जनों, संतो, बिन हर हर आनी तारे। देख लो प्यारिओ, ਬਗੈਰ ਭਗਤੀ ਦੇ, ਬਗੈਰ ਧਿਆਨ ਸਿਮਰਨ ਦੇ ਇਹ ਜਿਹੜਾ ਹੈਗਾ ਅਨੀਤਾ ਹੀ ਰਹਿਣਾ ਆ। ਇਸੇ ਤਰੀਕੇ ਦੇ ਨਾਲ ਰਹਿਣਾ ਹੈ, ਇਸੇ ਤਰੀਕੇ ਦੇ ਨਾਲ ਜਿਹੜਾ ਹੈਗਾ, ਜਿਹੜੀ ਚੀਜ਼ ਨਿੱਤ ਨਹੀਂ ਰਹਿਣ ਵਾਲੀ, ਇਸੇ ਤਰੀਕੇ ਦੇ ਨਾਲ ਆਪਾਂ ਭੇਖ ਬਦਲਦੇ ਰਵਾਂਗੇ। ਇਹ ਸੱਜਣੋ, ਇਹ ਮਿੱਤਰੋ, ਇਹ ਸਾਧੂਓ, ਸਮਝ ਲਓ ਇਸ ਗੱਲ ਨੂੰ। ਸਾਜਨ ਸੰਤ ਹਮਾਰੇ ਮੀਤਾ, ਬਿਨ ਹਰ ਹਰ ਆਨੀਤਾ ਰੇ। ਆਨੀਤਾ ਕਹਿੰਦੇ ਜਿਹੜੀ ਚੀਜ਼ ਨਿੱਤ ਨਹੀਂ ਰਹਿਣ ਵਾਲੀ, ਝੂਠ। ਸਾਜਨ ਸੰਤ ਹਮਾਰੇ ਮੀਤਾ, ਬਿਨ ਹਰ ਹਰ ਆਨੀਤਾ ਰੇ। ਸਾਧ ਸੰਗ ਮਿਲ ਹਰ ਗੁਣ ਗਾਏ, ਇਹੋ ਜਨਮ ਪਦਾਰਥ ਜੀਤਾ ਰੇ ਰਹਾਓ। ਦੇਖ ਲਾ ਪਿਆਰਿਆ, ਨਹੀਂ ਸਾਧ ਸੰਗਤ ਕਰੇਗਾ, ਨਹੀਂ ਧਿਆਨ ਸਿਮਰਨ ਕਰੇਗਾ, ਨਹੀਂ ਗੁਰੂ ਦੀ ਮੱਤ ਲਏਗਾ, ਤੇ ਪਿਆਰਿਆ ਆ ਵੀ ਜਨਮ ਤੇਰਾ ਗਿਆ। ਹੋਰ ਕੋਈ ਤਰੀਕਾ ਨਹੀਂ ਹੈਗਾ। ਜੇ ਜਿੱਤਣਾ ਹੈ ਜਨਮ, ਤੇ ਪਿਆਰਿਆ ਆ ਸਾਧ ਸੰਗ ਤੇ ਪਰਮੇਸ਼ਰ ਦੀ ਭਗਤੀ ਕਰ ਲਾ। ਸਾਧ ਸੰਗੇ, ਗੁਰੂ ਦੀ ਸੰਗਤ ਦੇ ਨਾਲ, ਬ੍ਰਹਮ ਗਿਆਨ ਦੇ ਨਾਲ, ਬ੍ਰਹਮ ਗਿਆਨੀਆਂ ਦੀ ਸੰਗਤ ਦੇ ਨਾਲ। ਸਾਧ ਸੰਗੇ ਮਿਲ ਹਰ ਗੁਣ ਗਾਏ। ਆ ਸਾਧ ਸੰਗਤ ਹੀ ਕਰ ਰਹੇ ਆਪਾਂ, ਪਰ ਪਰਮੇਸ਼ਰ ਦੀ ਬੰਦਗੀ ਕਰਨੀ ਹੈ ਭਾਈ। ਸਾਧ ਸੰਗੇ ਮਿਲ ਹਰ ਗੁਣ ਗਾਏ, ਇਹ ਜਨਮ ਪਦਾਰਥ ਜੀਤਾ ਰੇ। ਤਾਂ ਇਹ ਜਨਮ ਪਦਾਰਥ ਜਿੱਤਿਆ ਜਾਊਗਾ, ਤਾਂ ਪਤਾ ਲੱਗੂਗਾ ਅਸੀਂ ਹੈ ਕੀ ਹਾਂ। ਦੁਨੀਆ ਦੇ ਵਿੱਚ ਆਉਣੇ ਆ, ਦੇਖੋ ਪਰਮ ਤੋਂ ਆਉਣੇ ਆ, ਬਿਲਕੁਲ ਕਿਰਮ ਤੋਂ ਆਉਣੇ ਆ। ਕਿਰਮ ਹੈਗੇ ਆਪਾਂ। ਸਾਧ ਸੰਗ ਮਿਲ ਹਰ ਗੁਣ ਗਾਏ, ਇਹ ਜਨਮ ਪਦਾਰਥ ਜੀਤਾ ਰੇ ਰਹਾਓ। ਤ੍ਰੈ ਗੁਣ ਮਾਇਆ ਬ੍ਰਹਮ ਕੀ ਕੀਨੀ, ਕਹੋ ਕਵਨ ਬਿਦ ਤਰੀਏ ਰੇ। ਬਸ ਆ ਹੁਣ ਜਿਹੜਾ ਹੈਗਾ ਉਹ ਬ੍ਰਹਮ, ਉਹ ਮਾਲਕ ਪਰਮਾਤਮਾ ਜਿਹੜਾ ਹੈਗਾ, ਸਾਰੀ ਗੇਮ ਜਿਹੜੀ ਹੈ ਉਹਦੀ ਪਾਈ ਹੋਈ ਹੈ। ਇਹ ਜਿਹੜੀ 3 ਗੁਣਾਂ ਦੀ ਮਾਇਆ ਹੈਗੀ, ਇਹ ਟਰੈਪ ਜਿਹੜਾ ਹੈਗਾ, ਇਹ ਜਿਹੜਾ ਭਰਮ ਹੈਗਾ, ਇਹ ਧੋਖਾ ਜਿਹੜਾ ਹੈਗਾ, ਇਹ ਜਿਹੜੇ ਬਾਰ-ਬਾਰ ਆਪਾਂ ਜਿਹੜੇ ਹੈਗੇ ਕੱਪੜੇ ਬਦਲ ਰਹੇ ਹਾਂ, ਇਹ ਮਾਲਕ ਪਰਮਾਤਮਾ ਨੇ ਖੇਡ ਪਾਈ ਹੋਈ ਹੈ। ਤ੍ਰੈ ਗੁਣ ਮਾਇਆ ਬ੍ਰਹਮ ਕੀ ਕੀਨੀ, ਕਹੋ ਕਵਨ ਬਿਦ ਤਰੀਏ ਰੇ। ਇਹ ਗੇਮ ਕਿਵੇਂ ਜਿੱਤਣੀ ਆ, ਇਹ ਚੌਪੜ ਕਿਵੇਂ ਜਿੱਤਣੀ ਆਪਾਂ ਨੇ। ਇਹ ਸੰਸਾਰ ਸਮੁੰਦਰ ਜਿਹੜਾ ਹੈਗਾ, ਅੱਗ ਦਾ ਹੈਗਾ, ਇਹਦੇ ਵਿੱਚ ਤ੍ਰਿਸ਼ਨਾਵਾਂ ਹੈਗੀਆਂ, ਸਾਰੀਆਂ ਖਿੱਚਾਂ ਹੈਗੀਆਂ, ਔਰ ਸਾਰੇ ਭੋਗ ਵਿਲਾਸ ਪਦਾਰਥ ਇੰਨੇ ਪਏ ਹੋਇਆ, ਬਾਰ-ਬਾਰ ਜਿਹੜਾ ਹੈਗਾ ਇਨਸਾਨ ਉਹਨਾਂ ਦੇ ਵਿੱਚ ਹੀ ਘੁੰਮਦਾ ਹੈ। ਤ੍ਰੈ ਗੁਣ ਮਾਇਆ ਬ੍ਰਹਮ ਕੀ ਕੀਨੀ, ਕਹੋ ਕਵਨ ਬਿਦ ਤਰੀਏ ਰੇ। ਦੇਖੋ ਹੁਣ ਇਸ ਤੋਂ ਉੱਪਰ ਕੀ ਉਪਦੇਸ਼ ਚਾਹੀਦਾ ਹੈ ਭਾਈ। ਆਪਾਂ ਨੂੰ ਯਥਾਰਥ ਹਕੀਕਤ ਆਪਣਾ ਦੱਸ ਰਹੇ ਮਹਾਰਾਜ, ਔਰ ਫਿਰ ਨਿਕਲਣ ਦਾ ਵੀ ਰਸਤਾ ਦੱਸ ਰਹੇ, ਔਰ ਇਹ ਵੀ ਦੱਸ ਰਹੇ ਵੀ ਤੈਨੂੰ ਕੀ ਪ੍ਰੋਬਲਮ ਹੈ, ਤੂੰ ਕਿੱਥੇ ਫਸਿਆ ਹੋਇਆ ਆ, ਔਰ ਤੇਰਾ ਚਾਂਸ ਹੈਗਾ। ਸੱਜਣਾ ਮਿੱਤਰਾ,
हे साधु, हे संत, त्रैगुण माया ब्रह्म की कीनी, कहो कवन विद तरिए रे, ਘੁੰਮਣ ਖੇਰ ਅਗਾਹ ਗਾਖਰੀ। ਹਾਏ ਹਾਏ, ਕਹਿੰਦੇ ਇੰਨੀ ਘੁੰਮਣ ਘੇਰੀ ਹੈ। ਘੁੰਮਣ ਘੇਰੀ ਆਉਂਦੀ ਨਾ ਦਰਿਆ 'ਚ ਦੇਖੋ ਜਾਂ ਬਾਹਰ ਦੇਖੋ, ਹਵਾ ਦੀ ਕਿਸ ਤਰ੍ਹਾਂ ਜਿਹੜੀ ਹੈਗੀ ਆਉਂਦੀ ਹੈ, ਬਾਬਰੋਲਾ ਜਿਹਾ ਹਵਾ ਦਾ ਆਉਂਦਾ, ਔਰ ਸਮੁੰਦਰ ਦੇ ਵਿੱਚ ਘੁੰਮਣ ਘੇਰੀ ਆਏ ਤੇ ਦੇਖੋ ਫਿਰ ਕੀ ਹਾਲ ਹੁੰਦਾ। ਘੁੰਮਣ ਘੇਰੀ ਅਗਾਹ ਗਾਖੜੀ, ਕਹਿੰਦੇ ਬੜੀ ਭਿਆਨਕ ਪਾਏ, ਬੜੀ ਔਖੀ। ਗੁਰ ਸ਼ਬਦੀ ਪਾਰ ਉਤਰੀਏ ਰੇ, ਇੱਕੋ ਹੀ ਤਰੀਕਾ ਹੈਗਾ ਪਾਏ, ਗੁਰੂ ਦਾ ਸ਼ਬਦ ਲੈਣਾ ਪਊਗਾ, ਗੁਰੂ ਦਾ ਗਿਆਨ ਲੈਣਾ ਪਊਗਾ, ਔਰ ਧਿਆਨ ਸਿਮਰਨ ਕਰਨਾ ਪਊਗਾ, ਔਰ ਸ਼ਬਦ ਜਿਹੜਾ ਹੈਗਾ ਅੰਦਰ ਪ੍ਰਗਟ ਕਰਨਾ ਪਊਗਾ। ਘੁੰਮਣ ਕੇਰ ਅਗਾਹ ਗਾਖਰੀ, ਗੁਰ ਸ਼ਬਦੀ ਪਾਰ ਉਤਰੀਏ ਰੇ। ਆਪ ਵਿਧੀ ਦੱਸਤੀ, ਉੱਪਰ ਦੱਸਤਾ, ਤ੍ਰੈਗੁਣ ਮਾਇਆ ਬ੍ਰਹਮ ਕੀ ਕੀਨੀ, ਕਹੋ ਕਵਨ ਬਿਦ ਤਰੀਏ ਰੇ। ਉੱਪਰ ਸਵਾਲ ਹੈਗਾ, ਇਮੀਡੀਏਟਲੀ ਅਗਲੀ ਲਾਈਨ 'ਚ ਜਵਾਬ ਦੇ ਦਿੱਤਾ। ਔਰ ਇਹ ਵੀ ਦੱਸਤਾ ਵੀ ਇਹ ਗੇਮ ਜਿਹੜੀ ਹੈਗੀ ਸੌਖੀ ਨਹੀਂ ਹੈਗੀ, ਬਹੁਤ ਹੀ ਔਖੀ ਹੈਗੀ ਆ। ਜੇ ਗੁਰੂ ਨੂੰ ਮਿਲ ਕੇ, ਗੁਰੂ ਨੂੰ ਆਪਣੀ ਸਾਈਡ 'ਤੇ ਰੱਖਾਂਗੇ, ਕੋਚ ਨੂੰ ਹਮੇਸ਼ਾ ਨਾਲ ਰੱਖਾਂਗੇ, ਤੇ ਗੇਮ ਜਿੱਤੀ ਜਾ ਸਕਦੀ। ਕਿਉਂਕਿ ਜੀਵਨ ਹੈ, ਇਹਦੇ ਵਿੱਚ ਜਿਹੜਾ ਹੈਗਾ ਆਪਾਂ 100 ਵਾਰੀ ਜਿਹੜਾ ਹੈਗਾ, ਹਜ਼ਾਰਾਂ ਲੱਖਾਂ ਵਾਰੀ ਜਿਹੜਾ ਹੈਗਾ ਡਿੱਗਣਾ ਹੈ, ਫਿਰ ਉੱਠਣਾ ਹੈ, ਫਿਰ ਡਿੱਗਣਾ ਹੈ, ਫਿਰ ਉੱਠਣਾ ਹੈ। ਕੋਚ ਫਿਰ ਟ੍ਰੇਨਿੰਗ ਦਿੰਦਾ ਹੈ ਬਾਰ-ਬਾਰ। ਆਹੀ ਤਾਂ ਟ੍ਰੇਨਿੰਗ ਹੈਗੀ ਆ, ਹੋਰ ਕੀ ਹੈਗਾ। ਆਪਾਂ ਸੋਚਦੇ ਹਾਂ ਬੜੇ ਦੁੱਖ ਆ ਰਹੇ ਆ, ਇਸ ਤਰ੍ਹਾਂ ਹੋ ਰਿਹਾ, ਉਸ ਤਰ੍ਹਾਂ ਹੋ ਰਿਹਾ। ਇਹੀ ਤਾਂ ਪੇਪਰ ਹੈਗੇ। ਪਤਾ ਲੱਗੇ ਆਪਾਂ ਨੂੰ ਵੀ ਕਿੱਥੇ ਆਪਾਂ ਗਲਤੀ ਕੀਤੀ ਆ, ਸੁਧਾਰੀਏ ਉਹਨੂੰ। ਘੁੰਮਣ ਕੇਰ ਅਗਾਹ ਗਾਖਰੀ, ਗੁਰ ਸ਼ਬਦੀ ਪਾਰ ਉਤਰੀਏ ਰੇ। ਖੋਜਤ ਖੋਜ ਵਿਚਾਰਿਓ। ਲਓ, ਕਹਿੰਦੇ ਖੋਜ ਕੇ ਪਾਏ। ਮੈਂ ਜਿਹੜੀ ਗੱਲ ਕਹਿ ਰਿਹਾ, ਖੋਜ ਕੇ ਵਿਚਾਰ ਕਰਕੇ ਕਹਿ ਰਿਹਾ। ਤਤ ਨਾਨਕ ਜਾਣਾ ਰੇ। ਪੰਜਵੀਂ ਪਾਤਸ਼ਾਹੀ ਕਹਿ ਰਹੀ ਹੈ, ਭਾਈ ਮੈਂ ਤਾਂ ਆਹ ਤੱਤ ਜਾਣਿਆ ਹੈ ਭਾਈ। ਖੋਜ ਕੇ ਹਰ ਚੀਜ਼ ਨੂੰ ਚੰਗੀ ਤਰ੍ਹਾਂ ਘੋਖ ਕੇ, ਪ੍ਰੈਕਟੀਕਲ ਕਰਕੇ, ਖੋਜ ਵਿਚਾਰਿਓ, ਤਤ ਨਾਨਕ ਇਹੋ ਜਾਣਾ ਰੇ। ਵੀਰ ਜੀ, ਨਾਨਕ ਦੇ ਕਰਕੇ ਨੂੰ ਔਕੜ ਨਹੀਂ ਹੈਗਾ, ਇਹਦਾ ਕੀ ਮਤਲਬ? ਨਾਨਕ ਜੋਤ ਆ, ਜੋਤ ਆ ਨਾਨਕ ਜੋਤ। ਮਤਲਬ ਜਿਹੜੀ ਹੈਗੀ, ਜਿਹੜੀ ਸਾਰਿਆਂ ਦੇ ਵਿੱਚ ਆਈ ਹੈ ਜੋਤ। ਕਿਉਂਕਿ ਸਾਰਿਆਂ ਨੇ ਨਾਨਕ ਲਿਖਿਆ ਆ। ਦੇਖੋ ਜਿੰਨੀ ਪਾਤਸ਼ਾਹੀ ਸਾਰਿਆਂ ਨੇ ਨਾਨਕ ਲਿਖਿਆ, ਜਿਨ੍ਹਾਂ ਦੀ ਵੀ ਬਾਣੀ ਹੈਗੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ। ਆਪਣਾ ਨਾਮ ਕਿਉਂ ਨਹੀਂ ਲਿਖਿਆ? ਬਸ ਉਹ ਜੋਤ ਹੈਗੀ, ਜਿੱਥੇ ਨਾਨਕ ਦੇ ਕੱਕੇ ਨੂੰ ਔਂਕੜ ਆਏਗੀ, ਉੱਥੇ ਵੀ ਪੰਜਵੀਂ ਪਾਤਸ਼ਾਹੀ ਆਪ ਕਹਿ ਰਹੇ ਖੋਜ ਵਿਚਾਰਿਓ। ਇਹ ਬ੍ਰਹਮ ਗਿਆਨ ਕਹਿ ਰਿਹਾ ਭਾਈ। ਇਹ ਬ੍ਰਹਮ ਗਿਆਨੀਆਂ ਦੀ ਤੱਥ ਹੈ। ਸਾਰਿਆਂ ਦੀ ਜਿਹੜੀ ਹੈਗੀ ਆਹੀ ਜਿਹੜੀ ਹੈਗੀ ਆ ਸਿੱਟਾ ਆਹੀ ਹੈਗਾ, ਤੱਤ ਵਸਤੂ ਆਹੀ ਹੈਗੀ ਭਾਈ। ਖੋਜ ਕੇ ਵਿਚਾਰ ਕੇ ਆਹੀ ਤੱਤ ਤੇ ਨਿਕਲਿਆ, ਪ੍ਰੈਕਟੀਕਲ ਕਰਕੇ। ਤਤ ਨਾਨਕ ਇਹੋ ਜਾਣਾ ਰੇ। ਸਿਮਰਤ ਨਾਮ ਨਿਧਾਨ ਨਿਰਮੋਲਕ, ਮਨ ਮਾਣਕ ਪਤਿਆਨਾ ਰੇ। ਸਿਰਫ ਨਾਮ, ਸਿਰਫ ਧਿਆਨ ਸਿਮਰਨ, ਆਹੀ ਖਜ਼ਾਨਾ ਹੈਗਾ, ਇਹੀ ਨਿਰਮੋਲਕ ਹੈਗਾ। ਮਨ ਨੇ ਪਤੀਜਣਾ ਹੈ, ਇਸੇ ਦੇ ਨਾਲ ਪਤੀਜਣਾ ਹੈ। ਹੋਰ ਕੋਈ ਤਰੀਕਾ ਨਹੀਂ ਹੈ ਮਨ ਨੂੰ ਜਿਹੜਾ ਹੈਗਾ। ਸਾਰੀ ਦੀ ਸਾਰੀ ਖੇਮ, ਸਾਰੀ ਦੀ ਸਾਰੀ ਯਾਤਰਾ ਇਸ ਮਨ ਨੂੰ ਜਿਹੜਾ ਹੈਗਾ ਸਾਧਣ ਦੀ ਹੈਗੀ ਆ। ਮਨ ਮੰਨਦਾ ਹੀ ਨਹੀਂ ਹੈਗਾ ਭਾਈ, ਮਨ ਪਤੀਜਦਾ ਹੀ ਨਹੀਂ ਹੈਗਾ, ਮਨ ਵਿਸ਼ਵਾਸ ਹੀ ਨਹੀਂ ਕਰਦਾ। ਸਿਮਰਤ ਨਾਮ ਨਿਧਾਨ ਨਿਰਮੋਲਕ, ਮਨ ਮਾਣਕ ਪਤਿਆਨਾ ਰੇ। ਮਨ ਮਾਣਕ ਹੋ ਗਿਆ। ਫਿਰ ਦੇਖ ਲਓ, ਕਹਿੰਦੇ ਮਨ ਹੀ ਤਾਂ ਦਿੱਤਾ ਹੈ ਆਪਾਂ ਨੂੰ। ਮਨ ਦੇ ਬਗੈਰ ਕਿਵੇਂ ਕਰ ਲਾਂਗੇ ਆਪਾਂ ਯਾਤਰਾ? ਇੱਕ ਜੀਓ ਹੈਗਾ ਆਪਣਾ, ਦੇਖੋ ਜੀਓ ਹੈਗਾ, ਮਨ ਹੈਗਾ ਅੰਦਰ, ਕਿੰਨੀਆਂ ਤਾਂ ਚੀਜ਼ਾਂ ਪਈਆਂ। ਜੀਓ ਹੈਗਾ, ਮਨ ਹੈਗਾ, ਬੁੱਧੀ ਹੈਗੀ ਆ, ਸੁਰਤ ਹੈਗੀ ਆ, ਔਰ ਚਿੱਤ ਹੈਗਾ। ਕੈਸਾ ਮਾਲਕ ਨੇ ਦੇਖੋ ਇਹ ਸੂਖਸ਼ਮ ਜਿਹੜੀਆਂ ਚੀਜ਼ਾਂ ਦੇਖੋ ਦਿੱਤੀਆਂ ਹੋਈਆਂ ਜੀਓ ਦੇ ਨਾਲ। ਫਿਰ ਪ੍ਰਾਣ ਹੈਗੇ ਆਪਣੇ, ਪ੍ਰਾਣਾਂ ਦੇ ਬਗੈਰ ਤਾਂ ਆਪਾਂ ਰਹਿ ਹੀ ਨਹੀਂ ਸਕਦੇ। ਜੀਓ ਜਿਹੜਾ ਸਰੀਰ ਦੇ ਅੰਦਰ ਰਹਿ ਨਹੀਂ ਸਕਦਾ, ਪ੍ਰਾਣਾਂ ਦੇ ਨਾਲ ਸਰੀਰ ਦੇ ਅੰਦਰ ਰਹਿੰਦਾ ਜੀਓ। ਮੇਨ ਚੀਜ਼ ਜੀਓ ਹੈਗਾ, ਬਾਕੀ ਸਾਰੀਆਂ ਚੀਜ਼ਾਂ ਨਾਲ ਮਿਲੀਆਂ ਹੋਈਆਂ ਆਪਾਂ ਨੂੰ ਇਹ ਗੇਮ ਦੇ ਵਾਸਤੇ। ਜੀਓ ਔਰ ਪਰਮਾਤਮਾ ਇੱਕ ਮਿਕ ਹੈਗੇ, ਇੱਕ ਹੀ ਹੈਗਾ। ਪਰਮਾਤਮਾ ਦਾ ਜਿਹੜਾ ਹੈਗਾ ਉਹੀ ਅੰਸ਼ ਹੈਗਾ। ਔਰ ਜੀ ਦੇ ਕਰਕੇ ਜੀ ਜਿਹੜਾ ਯਾਤਰਾ ਤੇ ਆ, ਕਿਉਂਕਿ ਉਹਦੇ ਸੰਸਕਾਰ ਕਰਕੇ ਉਹ ਪਰਮਾਤਮਾ ਨਾਲ ਵਿਛੜਿਆ ਹੈ। ਪਰਮਾਤਮਾ ਨੇ ਹੀ ਯਾਤਰਾ ਤੇ ਭੇਜਿਆ ਆ।
ਆਪਣੇ ਤੋਂ ਵਿਛੜ ਕੇ। ਇਹੀ ਤਾਂ ਖੇਡ ਹੈ ਮਾਲਕ ਪਰਮਾਤਮਾ ਦੀ। ਮਤਲਬ ਹਾਂ, ਕਿਉਂਕਿ ਵਿਛੜਿਆ ਕਿਉਂ? ਕਿਉਂਕਿ ਉਹਦੇ ਸੰਸਕਾਰ ਆ, ਤਾਂ ਕਰਕੇ ਉਹ ਵਿਛੜਿਆ ਹੈ ਭਾਜੀ ਜੀ। ਸੰਸਕਾਰ ਬਣ ਗਏ। ਪਹਿਲਾਂ ਥੋੜੀ ਨਾ ਸੰਸਕਾਰ ਸੀਗੇ ਜਦ ਮਾਲਕ ਨੇ ਛੱਡਿਆ ਆਪਾਂ ਨੂੰ। ਪਹਿਲਾਂ ਤਾਂ ਗੇਮ ਹੈ, ਮਾਲਕ ਨੇ ਗੇਮ ਪਾਈ ਆ। ਬਾਕੀ ਹੁਣ ਜਿਹੜਾ ਹੈ ਉਸ ਤੋਂ ਬਾਅਦ ਜਿਹੜਾ ਹੈਗਾ ਜੋ ਆਪਣੇ ਜਿਹੜੇ ਹੈਗੇ ਇਹ ਜਿਹੜੇ ਹੈਗੇ ਆਪਣੇ ਕਰਮ ਔਰ ਉਹਨਾਂ ਦਾ ਫਲ, ਇਹ ਜਿਹੜਾ ਇਹ ਸਾਈਕਲ ਦੇ ਵਿੱਚ ਆਪਾਂ ਟਰੈਪ ਹੋ ਗਏ। ਬਸ ਜਦ ਤੱਕ ਗੇਮ ਚੱਲ ਰਹੀ ਹੈ ਤਦ ਤੱਕ, ਜੇ ਤਾਂ ਆਪਾਂ ਗੇਮ ਦੇ ਵਿੱਚ ਨਿਕਲਣਾ ਚਾਹੁੰਦੇ ਹਾਂ, ਜਿੱਤਣਾ ਚਾਹੁੰਦੇ ਹਾਂ ਤੇ ਠੀਕ ਹੈ, ਨਹੀਂ ਮਰਜ਼ੀ ਨਹੀਂ ਨਿਕਲਣਾ ਚਾਹੁੰਦੇ ਤੇ ਜਦ ਤੱਕ ਗੇਮ ਮਾਲਕ ਚਲਾ ਰਿਹਾ ਹੈ, ਜਦ ਉਹ ਖ਼ਤਮ ਕਰੂਗਾ ਤੇ ਫਿਰ ਵਾਪਸ ਆਪਾਂ ਉਹਦਾ ਇੰਤਜ਼ਾਰ ਕਰ ਲਈਏ ਫਿਰ। ਠੀਕ ਹੈ ਜੀ। ਹਾਂਜੀ, ਖੋਜਤ ਬਹੁਤ ਹੈ, ਇੰਟਰਸਟਿੰਗ ਹੈ ਗੇਮ। ਦੇਖੋ ਆਪਾਂ ਦੁਨੀਆ ਦੇ ਵਿੱਚ ਜਿਹੜੇ ਹੈਗੇ ਦਿਮਾਗ ਲਾਉਂਦੇ ਹਾਂ, ਇੱਧਰ ਉੱਧਰ ਸੋਚਦੇ ਹਾਂ, ਇਸ ਜਗ੍ਹਾ 'ਤੇ ਸੋਚੀਏ ਨਾ, ਆਹ ਚੀਜ਼ ਹੈਗੀ, ਆਹ ਅਸਲੀਅਤ ਹੈਗੀ ਆ। ਇਹ ਖੋਜਤ ਖੋਜ ਵਿਚਾਰਿਓ ਤਤ ਨਾਨਕ ਇਹੋ ਜਾਣਾ ਰੇ, ਸਿਮਰਤ ਨਾਮ ਨਿਦਾਨ ਨਿਰਮੋਲਕ, ਮਨ ਮਾਣਕ ਪਤੀਆਨਾ ਰੇ। ਕੀ ਬਾਤ ਹੈ ਜੀ। ਆਸਾ ਮਹੱਲਾ ਪੰਜਵਾਂ, ਦੁਪਦੇ, 2 ਪਦੇ ਆ। ਗੁਰ ਪ੍ਰਸਾਦ ਮੇਰੇ ਮਨੇ ਵਸਿਆ, ਜੋ ਮੰਗੋ ਸੋ ਪਾਵੋ ਰੇ। ਲਓ ਦੇਖ ਲਓ, ਮੰਨ ਲਈ ਗੱਲ ਗੁਰੂ ਦੀ। ਸਾਜਨ ਸੰਤ ਹਮਾਰੇ ਮੀਤਾ, ਮੰਨ ਲਈ ਗੱਲ, ਬਣ ਗਏ ਸਿੱਖ, ਲੱਗ ਗਏ ਪ੍ਰੈਕਟੀਕਲ ਕਰਨ ਤੇ ਮਨ ਦੇ ਵਿੱਚ ਵਸ ਗਿਆ ਮਾਲਕ। ਮਨ ਦੇ ਵਿੱਚ ਹੀ ਤਾਂ ਵਸਣਾ ਹੈ ਮਾਲਕ ਪਰਮਾਤਮਾ ਨੇ। ਐਸੀ ਗੇਮ ਹੈਗੀ, ਐਸਾ ਜਿਹੜਾ ਹੈਗਾ ਕਿ 24 ਘੰਟੇ ਤੁਸੀਂ ਜਿਹੜਾ ਹੈਗਾ ਹੋਰ ਦੂਸਰੀ ਚੀਜ਼ ਦਿਮਾਗ ਦੇ ਵਿੱਚ ਆਉਂਦੀ ਨਹੀਂ ਹੈ। ਫੱਟ ਦੇਣੀ ਜਿਹੜਾ ਹੈਗਾ ਪ੍ਰੈਕਟੀਕਲੀ ਜਿਹੜਾ ਹੈਗਾ ਤੁਸੀਂ ਪ੍ਰੈਜ਼ੈਂਟ ਦੇ ਵਿੱਚ ਕਿਤੇ ਹੈ ਕਿ ਕਿਤੇ ਗੁੰਮ ਹੈਗੇ, ਕਿਸੇ ਦੇ ਨਾਲ ਕੁਛ ਹੈਗਾ, ਇੰਟਰੈਕਸ਼ਨ ਕਰਕੇ ਵਾਪਸ ਜਿਹੜਾ ਹੈਗਾ ਚੁੰਬਕ ਵਾਂਗੂ ਵਾਪਸ ਆ ਜਾਂਦੀ ਹੈ ਸੁਰਤ। ਗੁਰ ਪ੍ਰਸਾਦ ਮੇਰੇ ਮਨੇ ਵਸਿਆ, ਜੋ ਮੰਗੋ ਸੋ ਪਾਵੋ ਰੇ। ਕਹਿੰਦੇ ਦੇਖੋ ਹੁਣ ਜਿਹੜਾ ਹੈਗਾ ਫਿਰ ਜਿਹੜਾ ਇਨਸਾਨ ਜਿਹੜਾ ਹੈਗਾ ਉਹਦੇ ਮਨ ਦੇ ਵਿੱਚ ਉਹ ਮਾਲਕ ਪਰਮਾਤਮਾ ਜਿਹਦੇ ਵਸ ਜਾਏ ਤੇ ਉਹ ਮਾਲਕ ਜਿਹੜਾ ਹੈਗਾ ਆ ਗਿਆ, ਜਿਹਨੇ ਸਾਰੀ ਸ੍ਰਿਸ਼ਟੀ ਬਣਾਈ ਹੋਈ ਆ, ਤੇ ਫਿਰ ਕਿਹੜੀ ਚੀਜ਼ ਦੀ ਕਮੀ ਰਹਿ ਜਾਏਗੀ ਉਹਦੇ ਕੋਲ। ਦੇਖੋ ਪੰਜਵੀਂ ਪਾਤਸ਼ਾਹੀ ਕਹਿ ਰਹੀ, ਜੋ ਮੰਗੋ ਸੋ ਪਾਵੋ ਰੇ। ਦੱਸੋ ਹੁਣ ਇੱਥੇ ਕਿਉਂ ਜਾਏਗਾ ਭਾਈ? ਕਿਉਂ ਜਾਏਗਾ ਪਦਾਰਥਾਂ ਵੱਲ? ਕਿਉਂ ਜਾਏਗਾ ਰੂਪ ਵੱਲ? ਕਿਉਂ ਜਾਏਗਾ ਪਰਾਏ ਤਨ ਪਰਾਏ ਇਹਦੇ ਵੱਲ? ਗੁਰ ਪ੍ਰਸਾਦ ਮੇਰੇ ਮਨੇ ਵਸਿਆ, ਜੋ ਮੰਗੋ ਸੋ ਪਾਵੋ ਰੇ। ਉਹ ਤਾਂ ਸਰੀਰ ਤੋਂ ਉੱਪਰ ਹੋ ਗਿਆ ਨਾ, ਸਰੀਰ ਤਾਂ ਹੈ ਹੀ ਨਹੀਂ ਉਹਦਾ। ਹੁਣ ਦੇਖੋ ਆਪਣਾ ਸਰੀਰ ਹੈਗਾ, ਇਨਸਾਨ ਦਾ ਸਰੀਰ ਹੈ, ਇਹਦੇ ਵਿੱਚ ਡਿਮਾਂਡਾਂ ਇਨਸਾਨ ਦੀਆਂ ਆਪਣੀ, ਜੇ ਆਪਣੀ ਡਿਮਾਂਡਾਂ ਹੈ। ਕੁੱਤੇ ਦਾ ਸਰੀਰ ਹੈ, ਕੁੱਤੇ ਵਰਗੀਆਂ ਡਿਮਾਂਡਾਂ ਹੈ। ਮੱਛਰ ਦਾ ਸਰੀਰ ਹੈ, ਮੱਛਰ ਵਰਗੀ ਡਿਮਾਂਡ ਹੈਗੀ। ਇਹ ਤਾਂ ਸਰੀਰ ਦੇ ਨਾਲ ਹੀ ਹੋ ਜਾਂਦਾ ਨਾ ਸਾਰਾ, ਡਿਮਾਂਡਾਂ ਤਾਂ ਸਰੀਰ ਦੇ ਨਾਲ ਚੱਲ ਰਹੀਆਂ। ਗੁਰ ਪ੍ਰਸਾਦ ਮੇਰੇ ਮਨ ਵਸਿਆ, ਜੋ ਮੰਗੋ ਸੋ ਪਾਵੋ ਰੇ। ਨਾਮ ਰੰਗ ਇਹ ਮਨ ਤ੍ਰਿਪਤਾਨਾ, ਬਹੁਰ ਨਾ ਕਥੂ ਜਾਮੋ ਰੇ। ਬਸ ਕਹਿੰਦੇ ਬਸ ਇਹੀ ਨਾਮ ਰੰਗ ਆ, ਇਹ ਰੰਗਤ ਚੜ੍ਹ ਗਈ। ਮਾਲਕ ਅੰਗ ਸੰਗ ਹੋ ਗਿਆ। ਬਸ ਮਾਲਕ ਦੇ ਨਾਲ ਫਿਰ ਕਿੱਧਰ ਜਾਏਗੀ ਸੁਰਤ? ਫਿਰ ਤ੍ਰਿਪਤੀ ਹੈਗੀ ਆ, ਫਿਰ ਨਹੀਂ ਇੱਧਰ ਉੱਧਰ ਦੌੜਦਾ। ਨਾਮ ਰੰਗ ਇਹ ਮਨ ਤ੍ਰਿਪਤਾਨਾ, ਨਾਮ ਦੀ ਰੰਗਤ ਚੜ੍ਹ ਜਾਂਦੀ ਹੈ, ਉਹ ਮਸਤੀ ਖੇੜਾ ਆ ਜਾਂਦਾ ਹੈ। ਨਾਮ ਰੰਗ ਇਹ ਮਨ ਤ੍ਰਿਪਤਾਨਾ, ਮਨ ਤ੍ਰਿਪਤ ਹੋ ਜਾਂਦਾ ਹੈ। ਬਹੁਰ ਨਾ ਕਤੂ ਧਾਮੋ ਰੇ। ਪਰ ਹੋਣਾ ਹੈ ਗੁਰੂ ਦੇ ਪ੍ਰਸਾਦ ਦੇ ਨਾਲ ਪਾਏ, ਹੋਣਾ ਹੈ ਧਿਆਨ ਸਿਮਰਨ ਦੇ ਨਾਲ। ਦੇਖੋ ਇੱਕੋ ਹੀ ਬੰਦ ਦੇ ਵਿੱਚ ਮਹਾਰਾਜ ਨੇ ਦੇਖੋ ਕਿੰਨਾ ਗਿਆਨ ਦੇ ਦਿੱਤਾ, ਮਨ ਦੇ ਵਿੱਚ ਵਸ ਗਿਆ। ਫਿਰ ਜੋ ਵੀ ਇੱਛਾ ਹੈਗੀ ਸਾਰੀ ਪੂਰੀ ਹੋ ਜਾਂਦੀ ਹੈ। ਫਿਰ ਮਨ ਤ੍ਰਿਪਤ ਹੋ ਜਾਂਦਾ ਹੈ ਔਰ ਇੱਧਰ ਉੱਧਰ ਨਹੀਂ ਜਾਂਦਾ। ਹਮਰਾ ਠਾਕੁਰ ਸਭ ਤੇ ਉੱਚਾ, ਰੈਣ ਦਿਨਸ ਤਿਸ ਗਾਮੋ ਰੇ। ਫਿਰ ਉਹ ਹਮਰਾ ਹੋ ਗਿਆ, ਮਾਲਕ ਪਰਮਾਤਮਾ ਸਾਰਿਆਂ ਤੋਂ ਉੱਚਾ ਹੈ ਹੀ ਹੈ। ਤੇ ਰਾਤ ਦਿਨ ਫਿਰ ਭਗਤੀ ਚੱਲਦੀ ਹੈ ਭਾਈ। ਰਹਿਣ ਦਿਨਸ ਤਿਸ ਗਾਮੋ ਰੇ। ਹੁਣ ਦੇਖ ਲਓ ਕਿਹੜੇ ਕਿਹੜੇ ਸਾਜ਼ ਹੁੰਦੇ ਆ ਉੱਥੇ, ਕਿਹੜਾ ਤਪਲਾ ਤੇ ਕਿਹੜਾ ਬਾਜਾ ਤੇ ਕਿਹੜੇ ਛਣਕਣੇ ਤੇ ਕਿਹੜੇ ਜਿਹੜੇ ਹੈਗੇ ਆ ਹੋਰ ਜਿਹੜੇ ਹੈਗੇ ਉਹ ਜਿਹੜੀ ਹੈਗੀ ਤੰਤੀ ਸਾਜ਼। ਹਮਰਾ ਠਾਕੁਰ ਸਭ ਤੇ ਉੱਚਾ, ਰਹਿਣ ਦਿਨਸ ਤਿਸ ਗਾਮੋ ਰੇ। ਖਿਨ ਮੈਂ ਥਾ ਪੁਥਾਪਨਹਾਰਾ, ਤਿਸ ਤੇ ਤੁਝੇ ਡਰਾਮੋ ਰੇ। ਕਹਿੰਦੇ ਉਹ ਤਾਂ ਇੱਕ ਖਿਨ ਦੇ ਵਿੱਚ ਥਾਪ ਕੇ ਉਹ ਥਾਪ ਦਿੰਦਾ ਹੈ। ਇੱਕ ਖਿਨ ਲੱਗਦਾ ਹੈ ਉਹਨੂੰ ਪੈਦਾ ਕਰਕੇ ਔਰ ਉਹਨੂੰ ਨਸ਼ਟ ਕਰਨ ਨੂੰ। ਇਹ ਧਰਤੀ ਇੱਕ ਖਿਨ 'ਚ ਬਣਾ ਦੂਗਾ,
खिंच खत्म कर देगा, सूरज खिंच बना दूंगा, करोड़ा सूरज बना दूंगा और ख़त्म कर दूंगा। खिन में थाप उतापनहारा तिसते तुझे डरा मोरे। ओया मालक परमात्मा ਉਹਦੀ ਭਗਤੀ ਕਰ ਰਹੇ ਆ, ਉਹ ਹਿਰਦੇ 'ਚ ਵਸਦਾ ਆ ਔਰ ਮਨ ਨੂੰ ਕਹਿ ਰਹੇ ਆ, ਇਹ ਮੇਰੇ ਮਨਾ ਉਸ ਮਾਲਕ ਦੇ ਭੈ ਦੇ ਵਿੱਚ ਰਹੀਂ, ਤਿਸਤੇ ਤੁਝੇ ਡਰਾ ਮੋਰੇ। ਉਹ ਮਾਲਕ ਦਾ ਡਰ ਰੱਖ, ਉਹਦੇ ਡਰ 'ਤੇ ਰੱਖ, ਨਿਡਰ ਹੋ ਜਾਏਗਾ ਦੁਨੀਆ ਦੇ ਡਰ ਤੋਂ, ਸਰੀਰ ਦੇ ਡਰ ਤੋਂ, ਆਕਾਰ ਤੋਂ, ਧਰਮਰਾਜ ਤੋਂ, ਸਭ ਤੋਂ ਨਿਡਰ ਹੋ ਜਾਏਗਾ। खिन में थाप उतापनहारा तिसते तुझे डरा मोरे रहाओ। जब देखो प्रभ अपना स्वामी तो अवरह चीत ना पामो रे। बस देखो ਹੁਣ ਜਿਹੜਾ ਇਸ ਤਰ੍ਹਾਂ ਮਾਲਕ ਪਰਮਾਤਮਾ ਦੇ ਨਾਲ ਉਸ ਦੁਨੀਆ ਦੇ ਜਿਹੜੇ ਹੈਗੇ ਸਭ ਤੋਂ ਵੱਡੇ ਠਾਕੁਰ ਦੇ ਨਾਲ ਜਿਹੜਾ ਉਹਦੇ ਨਾਲ ਯਾਰੀ ਹੋ ਗਈ, ਜਿਹਦੀ ਉਹ ਅੰਗ ਸੰਗ ਹੈਗਾ, ਜਿਹਦੇ ਫਿਰ ਹੋਰ ਕਿਸੇ ਨੂੰ ਕਿਉਂ ਚਿੱਤ ਦੇ ਵਿੱਚ ਲੈ ਕੇ ਆਏਗਾ ਭਾਈ? ਹੋਰ ਕੌਣ ਹੈ? ਹੋਰ ਮਾਇਆ ਹੈਗੀ, ਟਰੈਪ ਹੈਗਾ। ਜਬ ਦੇਖੋ ਪ੍ਰਭ ਆਪਣਾ ਸੁਆਮੀ ਤੋ ਅਵਰਹਿ ਚੀਤ ਨਾ ਪਾਵੋ ਰੇ। ਨਾਨਕ ਦਾਸ ਪ੍ਰਭ ਆਪ ਪਹਿਰਾਇਆ ਪਰਮ ਪਉ ਮੇਟ ਲਿਖਾਵੋ ਰੇ। ਦੇਖੋ ਹੁਣ ਨਾਨਕ ਦੇ ਕੱਕੇ ਨੂੰ ਹੁਣ ਔਂਕੜ ਲੱਗ ਗਈ ਹੈ, ਦਾਸ ਨੂੰ ਔਂਕੜ ਲੱਗ ਗਈ ਹੈ ਵੀ ਮਾਲਕਾ ਜੋ ਕੁਛ ਵੀ ਹੈਗਾ ਨਾ, ਪੰਜਵੀਂ ਪਾਤਸ਼ਾਹੀ ਆਪਣੇ ਤੇ ਕਹਿ ਰਹੀ ਹੈ ਬਈ ਮੇਰਾ ਕੁਛ ਨਹੀਂ ਹੈਗਾ ਮਾਲਕਾ, ਤੂੰ ਆਪ ਮੈਨੂੰ ਆ ਸੋਭਾ ਦਿੱਤੀ ਹੈ, ਮੇਰੀ ਵਡਿਆਈ, ਮੈਨੂੰ ਸੋਭਾ, ਜੋ ਕੁਛ ਵੀ ਮੇਰੇ ਕੋਲ ਹੈਗਾ ਉਹ ਤੇਰਾ ਹੈਗਾ ਮਾਲਕਾ, ਮੈਂ ਤਾਂ ਤੇਰਾ ਦਾਸ ਹੈਗਾ, ਦਾਸ। ਨਾਨਕ ਦਾਸ ਪ੍ਰਭੂ ਨੇ ਆਪ ਪਹਿਰਾਇਆ ਭਰਮ ਭਉ ਮੇਟ ਲਿਖਾਵੋ ਰੇ। ਮੈਂ ਭਰਮ ਤੇ ਡਰ ਹੋਰ ਮਾਇਆ ਦਾ ਮਿਟਾ ਕੇ ਔਰ ਆਪਣੇ ਹਿਰਦੇ ਦੇ ਵਿੱਚ ਲਿਖ ਲਿਆ ਇਹ ਚੀਜ਼, ਇਹ ਪੱਕੀ ਕਰ ਲਈ, ਇਹ ਧਾਰਨ ਕਰ ਲਈ ਇਹ ਚੀਜ਼। ਉਹ ਮਾਲਕ ਪਰਮਾਤਮਾ ਉਹੀ ਹੈਗਾ, ਉਸੇ ਨੇ ਸਾਰਾ ਪਹਿਰਾਇਆ, ਉਹੀ ਮਾਲਕ ਹੈਗਾ, ਬਾਕੀ ਸਾਰਾ ਮਾਇਆ ਹੈਗੀ ਹੈ। ਨਾਨਕ ਦਾਸ ਪ੍ਰਭੂ ਆਪ ਪਹਿਰਾਇਆ ਭਰਮ ਭਉ ਮੇਟ ਲਿਖਾਵੋ ਰੇ। ਲਿਖਾਵੋ ਨਹੀਂ ਲਿਖਿਆ, ਲਿਖਾਵੋ ਲਿਖਿਆ ਹੋਇਆ। ਆਸਾ ਮਹੱਲਾ ਪੰਜਵਾਂ। ਚਾਰ ਬਰਨ ਚੌਹਾਂ ਕੇ ਮਰਦਨ ਖਟ ਦਰਸ਼ਨ ਕਰ ਤਲੀ ਰੇ। ਜਿਹੜੇ ਹੈਗੇ ਚਾਰ ਕੈਟੇਗਰੀਆਂ 'ਚ ਜਿਹੜੇ ਹੈਗੇ ਸਾਰੇ ਜਿਹੜੇ ਕਰਮਾਂ ਦੇ ਅਨੁਸਾਰ ਜਿਹੜੇ ਹੈਗੇ ਸਾਰਿਆਂ ਨੂੰ ਜਾਤਾਂ ਦੇ ਵਿੱਚ ਜਿਹੜਾ ਹੈਗਾ ਇਹਨਾਂ ਨੂੰ ਵੰਡਿਆ ਹੋਇਆ ਸੀ ਪਹਿਲਾਂ। ਇਹ ਬ੍ਰਾਹਮਣ ਜਿਹੜਾ ਹੈਗਾ, ਵੈਸ਼ ਅਤੇ ਬ੍ਰਾਹਮਣ, ਵੈਸ਼, ਛਤਰੀ ਅਤੇ ਸ਼ੂਦਰ, ਇਹ ਚਾਰ ਵਰਨ ਸੀਗੇ। ਕਹਿੰਦੇ ਚਾਰੋਂ ਦੇ ਜਿੰਨੇ ਵੀ ਮਰਦ ਹੈਗੇ, ਜਿੰਨੇ ਵੀ ਇਨਸਾਨ ਹੈਗੇ ਚਾਰ ਵਰਨਾਂ ਦੇ ਵਿੱਚ, ਆਪਾਂ ਇਨਸਾਨ ਦੇ ਨਾਲ, ਕਿਉਂਕਿ ਇਨਸਾਨ ਦੇ ਵਿੱਚ ਹੀ ਹੈਗਾ, ਇਨਸਾਨ ਹੀ ਧਿਆਨ ਸਿਮਰਨ ਕਰ ਸਕਦਾ ਹੈ, ਜਿਹੜਾ ਲਿਵ ਵਾਲੀ ਗੱਲ ਇਨਸਾਨ 'ਚ ਹੀ ਹੈਗੀ। ਕਹਿੰਦੇ ਜਿੰਨੇ ਵੀ ਹੈਗੇ, ਜਿੰਨੇ ਵੀ ਸਾਰੇ ਚਾਰੋਂ ਵਰਨਾਂ ਦੇ ਇਕੱਠੇ ਕਰ ਲਓ, ਇਨਸਾਨ, ਮਰਦ, ਔਰਤ, ਸਾਰੇ ਜੋ ਵੀ ਹੈਗੇ ਭਾਈ, ਸਾਰੇ ਦੇ ਸਾਰੇ ਇਕੱਠੇ ਕਰ ਲਓ। ਚਾਰ ਵਰਨ ਚੌਹਾਂ ਕੇ ਮਰਦਨ ਖਟ ਦਰਸ਼ਨ ਕਰ ਤਲੀ ਰੇ। ਕਹਿੰਦੇ 6 ਹੋਰ ਜਿਹੜੇ ਹੈਗੇ 6 ਸ਼ਾਸਤਰ, ਜਿਹੜੇ ਦਰਸ਼ਨ ਸ਼ਾਸਤਰ ਆ, ਉਹਨਾਂ ਦੇ ਅਨੁਸਾਰ ਜਿਹੜੇ ਕਰਮ ਕਾਂਡ ਕਰ ਰਹੇ ਆ, ਉਹਨਾਂ ਦੇ ਅਨੁਸਾਰ ਚੱਲ ਰਹੇ ਆ। ਕਹਿੰਦੇ ਉਹ ਵੀ ਲੈ ਲਓ ਸਾਰੇ ਦੇ ਸਾਰੇ। ਚਾਰ ਬਰਨ ਚੌਹਾਂ ਕੇ ਮਰਦਨ ਖਟ ਦਰਸ਼ਨ ਕਰ ਤਲੀ ਰੇ। ਕਹਿੰਦੇ ਉਹ ਵੀ ਜਿਹੜੇ ਹੈਗੇ ਇਹਨਾਂ ਦੀ ਤਲੀ ਦੇ ਉੱਤੇ ਹੀ ਹੈਗੇ ਆ। ਇਹ ਇਹਨਾਂ ਨੂੰ ਜਿਹੜਾ ਹੈਗਾ, ਇਹ ਉਹਨਾਂ ਨੂੰ ਜਿਹੜਾ ਹੈਗਾ, ਉਹਨਾਂ ਨੂੰ ਕੰਟਰੋਲ ਕਰਨ ਦੇ ਵਿੱਚ, ਉਹਨਾਂ ਨੂੰ ਜਿਹੜਾ ਦਲਣ ਦੇ ਵਿੱਚ, ਉਹਨਾਂ ਨੂੰ ਛਲਣ ਦੇ ਵਿੱਚ ਇਹਨਾਂ ਨੂੰ ਟਾਈਮ ਨਹੀਂ ਲੱਗਦਾ। ਕਿ ਐਸੇ ਜਿਹੜੇ ਯੋਧੇ ਹੈਗੇ ਆ ਮਾਇਆ ਦੇ, ਪਰਮਾਤਮਾ ਨੇ ਐਸੇ ਯੋਧੇ ਦਿੱਤੇ ਹੋਏ ਮਾਇਆ ਨੂੰ, ਇਹ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਦੇ 5 ਯੋਧੇ, ਐਸੇ ਜ਼ਬਰਦਸਤ ਯੋਧੇ ਦਿੱਤੇ ਹੋਏ। ਚਾਰ ਬਰਨ ਚੌਹਾਂ ਕੇ ਮਰਦਨ ਖਟ ਦਰਸ਼ਨ ਕਰ ਤਲੀ ਰੇ। ਕਹਿੰਦੇ ਉਹਨਾਂ ਦੇ ਹੱਥ ਦੀ ਤਲੀ ਦੇ ਉੱਤੇ ਆ ਇਹਨਾਂ ਨੂੰ ਜਿਹੜਾ ਹੈਗਾ ਆਪਣੇ ਕੰਟਰੋਲ ਦੇ ਵਿੱਚ, ਇਹਨਾਂ ਨੂੰ ਜਿਹੜਾ ਹੈਗਾ ਮਾਲਕ ਦੇ ਰਸਤੇ ਤੋਂ ਜਿਹੜਾ ਹੈਗਾ ਮਾਲਕ ਵੱਲ ਨੂੰ ਨਹੀਂ ਜਾਣ ਦੇਣਾ, ਮਾਇਆ ਦੇ ਵਿੱਚ ਪੂਰੀ ਤਰ੍ਹਾਂ ਜਿਹੜਾ ਇਹਨਾਂ ਦਾ ਜੀਵਨ ਨਸ਼ਟ ਕਰ ਦੇਣਾ। ਇਹ ਉਹਨਾਂ ਦਾ ਬਿਲਕੁਲ ਕਹਿੰਦੇ ਆ ਚੁਟਕੀ ਦਾ ਕੰਮ ਹੈਗਾ। ਚਾਰ ਵਰਨ ਚੌਹਾਂ ਕੇ ਮਰਦਨ ਖਟ ਦਰਸ਼ਨ ਕਰ ਤਲੀ ਰੇ। ਸੁੰਦਰ ਸੁਗਰ ਸਰੂਪ ਸਿਆਣੇ
ਪੰਚੋ ਹੀ ਮੋਹ ਛਲੀ ਰੇ। ਕੀ ਕਰਦੇ ਆ? ਕਹਿੰਦੇ ਜੇ ਜਿਹਾ ਮਰਜੀ ਸੋਹਣਾ ਤੇ ਸੋਹਣਾ ਇਨਸਾਨ ਲੈ ਲਓ, ਜੇ ਜਿਹਾ ਮਰਜੀ ਸੁਗੜ, ਕਹਿੰਦੇ ਚੰਗੀ ਘਾੜਤ ਵਾਲਾ ਲੈ ਲਓ, ਚੰਗੇ ਸਰੂਪ ਵਾਲਾ ਲੈ ਲਓ, ਜਿੰਨਾ ਵੀ ਸਿਆਣਾ ਬੁੱਧੀਮਾਨ ਅਕਲਮੰਦ ਜੇ ਜਿਹਾ ਵੀ ਹੈਗਾ ਸਾਰਾ ਲੈ ਲਓ ਭਾਈ, ਸਾਰੇ ਲੈ ਲਓ। ਪੰਚੋ ਹੀ ਮੋਹ ਚਲੀ ਰਹੇ। ਪੰਜਾਂ ਨੇ ਕਹਿੰਦੇ ਆਪਣੇ ਮੋਹ ਦੇ ਵਿੱਚ, ਮਾਇਆ ਦੇ ਵਿੱਚ, ਪਦਾਰਥ ਦੇ ਵਿੱਚ, ਆਕਾਰ ਦੇ ਵਿੱਚ, ਸਵਾਦਾਂ ਦੇ ਵਿੱਚ ਪਾ ਕੇ ਸਾਰਿਆਂ ਨੂੰ ਛਲ ਲਿਆ ਆ, ਕੋਈ ਨਹੀਂ ਛੱਡਿਆ। ਜੇ ਜਿਹਾ ਸੋਹਣਾ, ਜੇ ਜਿਹਾ ਚੰਗਾ ਸਰੀਰ ਵਾਲਾ, ਜੇ ਜੀ ਚੰਗੇ ਸਰੂਪ ਵਾਲਾ, ਜੇ ਜੀ ਇੰਟੈਲੀਜੈਂਟ, ਜਿਹੇ ਜਿਹਾ ਮਰਜੀ ਡਾਕਟਰ PhD, ਜੋ ਮਰਜੀ ਗਿਆਨ ਲਿਆ ਹੋਏ ਉਹਨੇ ਇਨਸਾਨ ਨੇ ਪਾਏ। ਚਾਰ ਵਰਨ ਚੌਹਾਂ ਕੇ ਮਰਦਨ, ਖਟ ਦਰਸ਼ਨ ਕਰ ਤਲੀ ਰੇ। ਸੁੰਦਰ ਸੁਗਰ ਸਰੂਪ ਸਿਆਣੇ, ਪੰਚੋ ਹੀ ਮੋਹ ਛਲੀ ਰੇ। ਮੋਹ ਦੇ ਨਾਲ ਸਾਰਿਆਂ ਨੂੰ ਛੱਡ ਲਿਆ ਇਹਨਾਂ ਨੇ, ਕੋਈ ਨਹੀਂ ਛੱਡਿਆ ਪਾਏ। ਚਾਰ ਵਰਨ ਸਾਰੇ ਜੋ ਵੀ ਜਿਹੜੇ ਵੀ ਹੈਗੇ ਪਾਏ, ਕੋਈ ਹਿੰਦੂ, ਮੁਸਲਮਾਨ, ਸਿੱਖ, ਜੇ ਜੀ ਦੁਨੀਆ ਦਾ ਕੋਈ ਵੀ ਇਨਸਾਨ ਜਿੱਥੋਂ ਮਰਜ਼ੀ ਲਿਆਓ, ਇਹ ਮੋਹ ਦੇ ਨਾਲ ਕਾਮ, ਕ੍ਰੋਧ, ਲੋਭ, ਹੰਕਾਰ ਇਹਨਾਂ ਨੇ ਛੜਿਆ ਹੋਇਆ ਸਾਰਿਆਂ ਨੂੰ। ਇੱਕ ਵੀ ਨਹੀਂ ਨਿਕਲ ਸਕਦਾ ਇਹਨਾਂ ਦੇ ਉਹਦੇ ਚੋਂ। ਇੰਨੇ ਯੋਧੇ ਹੈਗੇ, ਇਸ ਤੋਂ ਉੱਪਰ ਯੋਧੇ ਨਹੀਂ ਹੈ। ਮਾਇਆ ਤੋਂ ਉੱਪਰ ਕੋਈ ਬਲੀ ਨਹੀਂ ਹੈ ਦੁਨੀਆ ਦੇ ਵਿੱਚ। ਚਾਰ ਵਰਨ ਚੌਹਾਂ ਕੇ ਮਰਦਨ, ਖਟ ਦਰਸ਼ਨ ਕਰ ਤਲੀ ਰੇ। ਸੁੰਦਰ ਸੁਗਰ ਸਰੂਪ ਸਿਆਣੇ, ਪੰਚੋ ਹੀ ਮੋਹ ਛਲੀ ਰੇ। ਜਿਨੇ ਮਿਰਲ ਮਾਰੇ ਪੰਚ ਸੂਰਬੀਰ, ਐਸੋ ਕੌਣ ਬਲੀ ਰੇ। ਹਾਂ, ਹੁਣ ਦੱਸੋ, ਇੱਥੇ ਦੱਸੋ ਵੀ ਹੈ ਕੋਈ ਸੂਰਮਾ? ਉੱਠੋ ਦੱਸੋ। ਜਿਨੇ ਪੰਜਾਂ ਨੂੰ ਮਾਰ ਲਿਆ, ਐਸਾ ਕੋਈ ਬਲੀ ਹੈ? ਜਿਨੇ ਮਿਲ ਮਾਰੇ ਪੰਚ ਸੂਰਬੀਰ, ਐਸੋ ਕੌਣ ਬਲੀ ਰੇ। ਇਹਨੂੰ ਕਹਿੰਦੇ ਆ ਭਾਈ ਜਿਹੜੇ ਪਰਵਾਨ ਹੁੰਦੇ, ਪੰਚ ਪਰਵਾਨ, ਪੰਚ ਪ੍ਰਧਾਨ, ਪੰਚੇ ਪਾਵੇਂ ਦਰਗੇ ਮਾਨ। ਕਰਮਖੰਡ ਕੀ ਬਾਣੀ ਜੋਰ ਆਇਆ, ਜੋਧੇ ਜੋਰ ਵਾਲੇ ਜਿਹਨੇ ਮਿਲ ਮਾਰੇ, ਤਾਂ ਕਰਮਖੰਡ ਦੇ ਵਿੱਚ ਜਾਂਦਾ ਹੈ। ਉੱਥੇ ਮਾਲਕ ਪਰਮਾਤਮਾ ਦਾ ਤਾਂ ਸਾਥ ਹੁੰਦਾ ਹੈ। ਤਿੱਥੇ ਹੋਰ ਨਾ ਕੋਈ ਹੋਰ। ਕਰਮਖੰਡ ਕੀ ਬਾਣੀ ਜੋਰ, ਤਿੱਥੇ ਹੋਰ ਨਾ ਕੋਈ ਹੋਰ। ਤਿੱਥੇ ਜੋਧ ਮਹਾਬਲਸੂਰ, ਤਿਨ ਮੇਂ ਰਾਮ ਰਿਹਾ ਭਰਪੂਰ। ਆਇਆ ਜੋਧੇ ਪਾਏ। ਜਿਨੇ ਮਿਲ ਮਾਰੇ ਪੰਚ ਸੂਰਬੀਰ, ਐਸੋ ਕੌਣ ਬਲੀ ਰੇ। ਜਿਨੇ ਪੰਚ ਮਾਰ ਵਿਧਾਰ ਗੁਦਾਰੇ, ਸੋ ਪੂਰਾ ਇਹ ਕਲੀ ਰੇ ਰਹਾਓ। ਕਹਿੰਦੇ ਜਿਨ੍ਹਾਂ ਨੇ ਪੰਜਾਂ ਨੂੰ ਮਾਰ ਕੇ ਔਰ ਲੀਰ ਕਰ ਦਿੱਤਾ, ਵਿਧਾਰ ਦਿੱਤਾ, ਫਾੜੋ ਫਾੜ ਕਰ ਦਿੱਤਾ, ਗੁਦਾਰ ਦਿੱਤਾ, ਗੁਦਰ ਗਏ, ਸੋ ਪੂਰਾ ਇਹ ਕਲੀ ਰੇ। ਹੋਇਆ ਪੂਰਾ ਪਾਏ, ਉਹ ਨਿਕਲਦਾ ਹੈ। ਆਇਆ ਸੂਰਮਾ, ਸ੍ਰਿਸ਼ਟੀ ਖੜੀ ਹੋ ਜਾਂਦੀ ਹੈ, ਸਾਰੀ ਸ੍ਰਿਸ਼ਟੀ ਉਹਦੇ ਲਈ, ਉਹਦੇ ਜੈਕਾਰ ਲਈ ਵੀ ਕਿਹੜਾ ਜਾ ਰਿਹਾ ਹੈ ਭਾਈ। ਜੋਧਾ ਮਹਾਬਲੀ, ਜਿਨੇ ਪੰਚ ਮਾਰ ਵਿਦਾਰ ਗੁਦਾਰੇ, ਧਰਮਰਾਜ ਖੜਾ ਹੋ ਜਾਂਦਾ। ਸਾਰੇ ਜਿਹੜੇ ਹੈਗੇ ਜੈ ਜੈਕਾਰ ਕਰਦੇ ਆ ਭਾਈ। ਜਿਨ ਪੰਚ ਮਾਰ ਵਿਦਾਰ ਗੁਦਾਰੇ, ਸੋ ਪੂਰਾ ਇਹ ਕਲੀ ਰੇ। ਕਲੀ ਭਾਵੇਂ ਕਲਯੁਗ ਹੋਏ, ਜੇ ਜੇ ਮਰਜੀ ਕਹਿੰਦੇ ਉਹ ਜਿਹੜਾ ਸਤਯੁਗ, ਤ੍ਰੇਤਾ, ਦੁਆਪਰ, ਕਹਿੰਦੇ ਉਹ ਚੰਗੇ ਸੀਗੇ। ਕਲਯੁਗ ਜਿਹੜਾ ਹੈਗਾ ਬੜਾ, ਇਹਦੇ ਵਿੱਚ ਇੰਨਾ ਗੰਦ ਆ, ਇੰਨਾ ਸਾਰਾ ਪਾਪ ਹੋ ਰਿਹਾ, ਇੰਨਾ ਸਾਰਾ ਕੁਛ ਹੋ ਰਿਹਾ। ਉਹ ਭਾਈ ਮਹਾਰਾਜ ਤਾਂ ਕਹਿੰਦੇ ਆ ਕਲਯੁਗ ਦੇ ਵਿੱਚ ਵੀ ਉਹ ਪੂਰਾ ਹੈ ਭਾਈ, ਕਲਯੁਗ ਦੇ ਵਿੱਚ ਵੀ ਪੂਰਾ ਹੈ। ਜਿਨੇ ਪੰਚ ਮਾਰ ਵਿਦਾਰ ਗੁਦਾਰੇ, ਸੋ ਪੂਰਾ ਹੈ ਕਲੀ ਰੇ ਰਹਾਓ। ਹੁਣ ਇਹਨਾਂ ਦੇ ਜਿਹੜਾ ਹੈਗਾ ਮਹਾਰਾਜ, ਹੁਣ ਇਹ ਕਿਉਂਕਿ ਹੁਣ ਸਾਹਮਣੇ ਆਪੋਜ਼ਿਟ ਟੀਮ ਹੈਗੀ ਆ, ਉਹਦੇ ਬਾਰੇ ਹੁਣ ਇੱਕ ਯੋਧੇ ਦਾ ਬਾਰੇ ਜਿਹੜਾ ਗਿਆਨ ਦੇ ਰਿਹਾ ਆਪਾਂ ਨੂੰ ਵੀ ਕੀ ਕਿਸ ਤਰ੍ਹਾਂ ਦੇ ਹੈਗੇ ਇਹ ਯੋਧੇ। ਇਹਦੇ ਵਿੱਚ ਆਪਾਂ ਨੇ ਲਏ ਸੀਗੇ, ਦੇਖੋ ਉਹਦੇ ਵਿੱਚ ਜਿਹੜੇ ਹੈਗੇ ਸਹਿਸਕ੍ਰਿਤੀ ਸ਼ਲੋਕਾਂ ਦੇ ਵਿੱਚ ਜਿਹੜੇ ਹੈਗੇ ਸਾਰੇ ਪੰਜਾਂ ਦੇ ਵਾਰ ਇੰਡੀਵਿਜੂਅਲ ਉਹਨਾਂ ਦਾ ਨੇਚਰ ਦੱਸਿਆ ਸੀਗਾ। ਹੁਣ ਦੱਸ ਰਹੇ ਕਹਿੰਦੇ ਵੱਡੀ ਕੌਮ, ਕਹਿੰਦੇ ਬੜੇ ਪਾਵਰਫੁਲ ਹੈ, ਵੱਡੀ ਕੌਮ ਹੈ ਭਾਈ ਇਹਨਾਂ ਦੀ ਤਾਂ। ਵਸ ਵੱਡੀ ਕੌਮ ਵਸ, ਇਹਨਾਂ ਦੇ ਤਾਂ ਇੰਨੀ ਕੌਮ ਵਸ ਆ, ਇਹਨਾਂ ਦੇ ਤਾਂ ਪੈਂਤਰੇ ਹੀ ਬਹੁਤ ਆ, ਇਹਨਾਂ ਦੇ ਕੋਲ ਤਾਂ ਹਥਿਆਰ ਹੀ ਬਹੁਤ ਹੈਗੇ। ਇੰਨੇ ਚੋਗੇ ਦੁਨੀਆ ਦੇ ਪਦਾਰਥ, ਪੰਜਾਂ ਗਿਆਨ ਇੰਦਰੀਆਂ, ਪੰਜਾਂ ਕਰਮ ਇੰਦਰੀਆਂ, ਮਨ ਇਨਸਾਨ ਦਾ, ਸਾਰੇ ਤਾਂ ਇਹਨਾਂ ਦੇ ਵਸ ਦੇ ਵਿੱਚ ਹੈਗੇ। ਵੱਡੀ ਕੌਮ ਵਸ, ਭਾਗੇ ਨਾ ਹੀ, ਡਰਦੇ ਨਹੀਂ ਹੈ, ਨਹੀਂ ਭੱਜਦੇ, ਜੋ ਮਰਜ਼ੀ ਕਰ ਲਓ, ਜਿਸ ਤਰ੍ਹਾਂ ਮਰਜ਼ੀ ਮਨ ਨੂੰ ਆਪਣੇ ਨੂੰ ਦ੍ਰਿੜ ਕਰਾ ਲਓ, ਜਿਹਦੇ ਕੋਲ ਮਰਜ਼ੀ ਜਾ ਕੇ ਵਿੱਦਿਆ ਲੈ ਲਓ। ਵੱਡੀ ਕੌਮ ਵਸ ਭਾਗੇ ਨਾਹੀਂ, ਮੋਹਕਮ ਫੌਜ ਹਠਲੀ ਰੇ। ਐਸੇ ਜਿਹੜੇ ਹੈਗੇ ਇਹਨਾਂ ਦੇ ਮੋਹਕਮ ਕਹਿੰਦੇ ਆ,
ਪਾਵਰਫੁਲ ਇਹਨਾਂ ਦੇ ਜਿਹੜੇ ਹੈਗੇ ਉਹ ਆਫੀਸਰਸ ਹੈਗੇ। ਮੁਹਕਮ ਦਾ ਮਤਲਬ ਹੁੰਦਾ ਆਫੀਸਰ, ਬਿਲਕੁਲ ਪ੍ਰੋਪਰ ਵਰਡ ਆ ਗਿਆ। ਐਨੀ ਐਸੀ ਫੌਜ ਹੱਠਲੀ ਹੈ ਫੌਜ, ਕਹਿੰਦੇ ਡਰਦੀ ਨਹੀਂ ਕਿਸੇ ਕੋਲੋਂ, ਪੂਰੇ ਹੱਠ ਦੇ ਨਾਲ ਆ ਜਾ, ਫਿਰ ਤੂੰ ਦਿਖਾ ਦਿੰਨੇ ਤੈਨੂੰ ਤਾਰੇ। ਵੱਡੀ ਕੌਮ ਵਸ ਭਾਗੇ ਨਾਹੀ, ਮੁਹਕਮ ਫੌਜ ਹੱਠਲੀ ਰੇ। ਕਹੋ ਨਾਨਕ ਤੈਨੇ ਜਨੇ ਨਿਰਦਲਿਆ, ਸਾਧ ਸੰਗਤ ਕਹਿ ਚਲੀ ਰੇ। ਬਸ ਜਿਹਦੇ ਕੋਲ ਸਾਧ ਸੰਗਤ ਦੀ ਝੱਲ ਹੈਗੀ ਭਾਈ, ਝੱਲ ਕਹਿੰਦੇ ਆ ਝੱਲ ਮਾਰਨੀ, ਕਹਿੰਦੇ ਵੀ ਝੱਲ ਮਾਰ, ਮੈਨੂੰ ਬਹੁਤ ਪਸੀਨਾ ਆ ਰਿਹਾ, ਪਹਿਲਾਂ ਹੱਥ ਦੀ ਝੱਲ ਹੁੰਦੀ ਤੇ ਕਹਿੰਦੇ ਸਾਧ ਸੰਗਤ ਦੀ ਹਵਾ ਹੈ ਜਿਹਦੇ ਕੋਲ ਸਾਧ ਸੰਗਤ ਦੀ ਝੱਲ ਹੈਗੀ ਆ, ਠੰਡਕ ਹੈਗੀ ਆ ਜਿਹਦੇ ਕੋਲ, ਉਹਨੇ ਇਹਨਾਂ ਨੂੰ ਨਿਰਦਲੀ ਕਰਤਾ, ਨਿਰਦਲ ਦਿੱਤਾ, ਬਿਲਕੁਲ ਮਟੀਆਂ ਮੇਟ ਕਰਤਾ। ਮਜਾ ਲਿਆ ਕੋਈ ਕੁਸਕ ਜਾਏ, ਹੱਥ ਬੰਨ੍ਹ ਕੇ ਖੜੇ ਹੋ ਜਾਂਦੇ, ਹੱਥ ਬੰਨ੍ਹ ਕੇ ਭਾਈ ਨਾ ਸਾਨੂੰ ਬਾਹਰ ਕੱਢ, ਤੇਰੇ ਕੰਮ ਆਵਾਂਗੇ, ਦੇ ਕਿਤੇ ਲੋੜ ਪਏਗੀ ਤੂੰ ਯੂਜ਼ ਕਰ ਲਈ ਸਾਨੂੰ। ਕਹੋ ਨਾਨਕ ਤੈਨੇ ਜਨ ਨਿਰਦਲਿਆ, ਕਹਿੰਦੇ ਨਿਰਦਲ ਕਰਤਾ ਉਹਨਾਂ ਜਨਾਂ ਨੇ, ਉਹਨਾਂ ਅਭਿਆਸੀਆਂ ਨੇ, ਉਹਨਾਂ ਯੋਧਿਆਂ ਨੇ, ਉਹਨਾਂ ਸੂਰਬੀਰਾਂ ਨੇ। ਕਹੋ ਨਾਨਕ ਤੈਨੇ ਜਨ ਨਿਰਦਲਿਆ, ਸਾਧ ਸੰਗਤ ਕਹਿ ਚਲੀ ਰੇ। ਕਿਆ ਬਾਤ ਹੈ ਜੀ, ਵਾਹ ਜੀ ਵਾਹ। ਆਸਾ ਮਹੱਲਾ ਪੰਜਵਾਂ। ਨਿੱਕੀ ਜੀ ਕੀ ਹਰ ਕਥਾ, ਨਿੱਕੀ ਜੀ ਕੀ ਹਰ ਕਥਾ ਉੱਤਮ, ਨਿੱਕੀ ਜੀ ਕੀ ਹਰ ਕਥਾ ਉੱਤਮ। ਕਮਾਲ ਹੈ ਜੀ, ਕਹਿੰਦੇ ਭਾਈ ਇਹ ਜਿਹੜੀ ਹੈਗੀ ਆ ਪਰਮੇਸ਼ਰ ਦੀ ਕਥਾ, ਪਰਮੇਸ਼ਰ ਨੂੰ ਮਿਲਣ ਦੀ ਜਿਹੜੀ ਹੈਗੇ, ਇਹ ਜਿਹੜਾ ਹੈਗਾ ਆ ਜੋ ਜਿਹੜੀ ਹੈਗੀ ਗੁਰੂ ਦੀ ਮੱਤ ਔਰ ਜੋ ਪ੍ਰੈਕਟੀਕਲ, ਕਹਿੰਦੇ ਬੜਾ ਨੀਕਾ ਹੈਗਾ ਭਾਈ, ਜਿਹਦੇ ਵਾਸਤੇ ਹੈਗਾ, ਤੈਨੂੰ ਆਜ਼ਾਦ ਕਰ ਦੇਗਾ ਇਹ। ਨਿੱਕੀ ਜੀ ਕੀ ਹਰ ਕਥਾ ਉੱਤਮ, ਸਭ ਤੋਂ ਉੱਤਮ ਹੈਗੀ, ਆਹੀ ਹੈਗੀ ਚੀਜ਼ ਲੈਣ ਵਾਲੀ ਦੁਨੀਆ ਦੇ ਵਿੱਚ ਪਿਆਰਿਆ, ਆਹੀ ਚੀਜ਼ ਹੈਗੀ ਆ। ਨਿੱਕੀ ਜੀ ਕੀ, ਇਹ ਤਾਂ ਆਤਮਾ ਦੀ ਗੱਲ ਹੈ, ਆਤਮਾ ਦੀ ਪਰਮਾਤਮਾ ਨੂੰ ਮਿਲਣ ਦੀ ਹੈ ਕਥਾ ਹੈਗੀ ਆ, ਉੱਤਮ ਹੈਗੀ ਆ। ਆਹਨ ਸਗਲ ਰਸ ਫੀਕੀ ਰੇ, ਬਾਕੀ ਦੁਨੀਆ ਦੇ ਰਸ ਜਿਹੜੇ ਆ ਫਿੱਕੇ ਆ ਭਾਈ, ਹੋਰ ਕੁਛ ਨਹੀਂ ਇਹਦੇ ਸਾਹਮਣੇ। ਰਹਾਓ ਬਹੁ ਗੁਣ ਤੁਨ ਮੁਨ ਜਨ ਖਟ ਬੇਤੇ, ਕਹਿੰਦੇ ਬੜੇ ਬੜੇ ਗੁਨੀਏ, ਬੜੇ ਬੜੇ ਧੁਨੀਏ, ਬੜੇ ਬੜੇ ਮੁਨੀ ਲੋਕ, ਬੜੇ ਬੜੇ ਜਨ ਖਟ, ਜਿਹੜੇ 6 ਸ਼ਾਸਤਰਾਂ ਦੇ ਬੇਤੇ ਗਿਆਨਵਾਨ। ਅਵਰ ਨਾ ਕਿਛ ਲਾਇਕੀ ਰੇ, ਕਹਿੰਦੇ ਨਹੀਂ ਕੋਈ ਇਹਦੇ ਲਾਇਕ ਭਾਈ, ਇਹਦੇ ਮੁਕਾਬਲੇ 'ਚ ਕੁਛ ਨਹੀਂ ਹੈਗਾ। ਅਵਰ ਨਾ ਕਿਛ ਲਾਇਕੀ ਰੇ, ਲਾਇਕੀ ਮਤਲਬ ਇਹਦੇ ਲਾਇਕ ਕੰਪੇਅਰ ਕਰ ਹੀ ਨਹੀਂ ਸਕਦੇ, ਬਾਕੀ ਦੁਨੀਆ ਦੇ ਕਰਮ ਕਾਂਡਾਂ ਨੂੰ ਇਹਦੇ ਨਾਲ ਕੰਪੇਅਰ ਨਹੀਂ ਕਰ ਸਕਦੇ। ਇੱਕੋ ਹੀ ਰਸਤਾ ਹੈਗਾ, ਇੱਕੋ ਹੀ ਹੈਗਾ ਰਸਤਾ, ਇਹਦੇ ਹੋਰ ਕੋਈ ਹੈ ਹੀ ਨਹੀਂ ਹੈਗਾ ਕੰਪੈਰੀਜ਼ਨ ਵਾਸਤੇ, ਹੋਰ ਕੋਈ ਸਾਧਨ, ਕੋਈ ਰਸਤਾ ਨਹੀਂ ਹੈਗਾ। ਬਹੁ ਗੁਣ ਤੁਨ ਮੁਨ ਜਨ ਖਟ ਬੇਤੇ, ਅਵਰ ਨਾ ਕਿਛ ਲਾਇਕੀ ਰੇ। ਬਿਖਾਰੀ ਨਿਰਾਰੀ ਅਪਾਰੀ ਸਹਿਜਾਰੀ, ਕਿਆ ਪੋਇਟਰੀ ਹੈ ਜੀ। ਬਿਖਾਰੀ ਨਿਰਾਰੀ ਅਪਾਰੀ ਸਹਿਜਾਰੀ, ਸਾਧ ਸੰਗੇ ਨਾਨਕ ਪੀਕੀ ਰੇ। ਕਹਿੰਦੇ ਜਿਹੜੀ ਹਰ ਦੀ ਕਥਾ ਹੈਗੀ ਪਿਆਰਿਆ, ਇਹ ਬਿਖਾਰੀ ਨਿਰਾਰੀ ਹੈਗੀ ਆ। ਇਹ ਬਿਖ ਜੋ ਮਾਲਕ ਨੇ ਚੋਗਾ ਜ਼ਹਿਰ ਟਰੈਪ ਪਾਈ ਹੈ, ਉਸ 'ਚੋਂ ਨਿਰਾਰਾ ਕਰ ਦੇਗੀ ਤੈਨੂੰ। ਬਿਖਾਰੀ ਤੋਂ ਨਿਰਾਰੀ ਕਰਨ ਵਾਲੀ ਹੈ, ਔਰ ਅਪਾਰ ਪਰਮਾਤਮਾ ਦੇ ਨਾਲ ਜੋੜਨ ਵਾਲੀ, ਅਪਾਰੀ ਸਹਿਜਾਰੀ, ਸਹਿਜ ਦੀ ਹੈਗੀ, ਸਹਿਜ ਦੇ ਵਿੱਚ ਲੈ ਕੇ ਜਾਏਗੀ ਤੈਨੂੰ। ਕਿਵੇਂ ਜਿਹੜਾ ਹੈਗਾ ਇਹ ਹਰ ਦੀ ਕਥਾ। ਸਾਧ ਸੰਗ ਨਾਨਕ ਪੀਕੀ ਰੇ, ਕਹਿੰਦੇ ਇਹਦੇ 'ਚ ਰਸ ਵੀ ਆ ਜਾਂਦਾ ਹੈ, ਇਹਦੇ 'ਚ ਅੰਮ੍ਰਿਤ ਵੀ ਆ ਜਾਂਦਾ ਹੈ। ਇਹ ਸਾਧ ਦੀ ਸੰਗਤ ਕਰਨ ਦੇ ਨਾਲ ਜਿਹੜਾ ਹੈਗਾ ਇਹ ਕਥਾ, ਇਨਸਾਨ ਸਾਧ ਸੰਗਤ ਕਰੇਗਾ ਤੇ ਕਥਾ ਮਿਲ ਜਾਏਗੀ, ਕਥਾ ਮਿਲ ਜਾਏਗੀ ਤੇ ਪ੍ਰੈਕਟੀਕਲ ਕਰੇਗਾ ਤੇ ਰਸ ਆ ਜਾਏਗਾ, ਪੀ ਲੇਗਾ ਫਿਰ ਇਸਨੂੰ। ਬਿਖਾਰੀ ਨਿਰਾਰੀ ਅਪਾਰੀ ਸਹਿਜਾਰੀ, ਸਾਧ ਸੰਗ ਨਾਨਕ ਪੀਕੀ ਰੇ। ਅਗਲਾ ਆ ਗਿਆ ਜੀ ਲੜੀ ਦਾ ਪੰਜਵਾਂ ਮੋਤੀ। ਆਸਾ ਮਹੱਲਾ ਪੰਜਵਾਂ। ਹਮਾਰੀ ਪਿਆਰੀ ਅੰਮ੍ਰਿਤ ਧਾਰੀ। ਲਓ ਕਥਾ ਦੇ ਬਾਅਦ ਫਿਰ ਜਿਹੜਾ ਹੈਗਾ ਅੰਮ੍ਰਿਤ ਦੀ ਧਾਰਾ ਆ ਗਈ, ਹੁਣ ਅੰਦਰ ਹੀ ਅੰਮ੍ਰਿਤ ਦੀ ਧਾਰਾ ਆ ਗਈ। ਹਮਾਰੀ ਪਿਆਰੀ ਸਟੈਪ ਅਪ ਹੋ ਗਿਆ, ਅੰਦਰ ਅੰਮ੍ਰਿਤ ਦੀ ਧਾਰਾ ਚੱਲ ਪਈ। ਉਹ 5 ਪੱਥਰ ਜਿਹੜੇ ਹੈਗੇ, ਕਾਮ ਕ੍ਰੋਧ ਲੋਭ ਮੋਹ ਹੰਕਾਰ ਜਿਹੜੇ ਹੈਗੇ ਪੱਥਰ, ਕਾਮ ਕ੍ਰੋਧ ਲੋਭ ਮੋਹ ਹੰਕਾਰ ਨਾਮ ਦੇ ਪੱਥਰ ਹਟਾਏ
ਤੇ ਅੰਦਰੋਂ ਥੱਲਿਓਂ ਅੰਮ੍ਰਿਤ ਦਾ ਝਰਨਾ ਆ ਗਿਆ, ਅੰਦਰ ਹਿਰਦੇ 'ਚ ਚੱਲ ਪਿਆ। ਹਮਾਰੀ ਪਿਆਰੀ ਅੰਮ੍ਰਿਤ ਧਾਰੀ ਗੁਰ ਨਿਮਕ ਨਾ ਮਨ ਤੇ ਟਾਰੀ ਰੇ। ਆਹਾ, ਕਹਿੰਦੇ ਮੇਰੇ ਗੁਰੂ ਨੇ ਆਹ ਚੀਜ਼ ਮੈਨੂੰ ਦਿੱਤੀ, ਮੈਂ ਕਿਉਂ ਉਹਨੂੰ ਇੱਕ ਨਿਮਕ ਵਾਸਤੇ ਵੀ ਆਪਣੇ ਮਨ ਤੋਂ ਦੂਰ ਕਰਾਂ? ਕਿਉਂ? ਕਿਸੇ ਨੂੰ ਸਵਾਦ ਆ ਰਿਹਾ ਹੈ, ਕਿਸੇ ਨੂੰ ਇੰਨੇ ਦੁਨੀਆ ਦਾ ਪਦਾਰਥ ਆ ਰਿਹਾ, ਉਹ ਥੋੜ੍ਹੀ ਨਾ ਹਟਦਾ ਹੈ। ਤੇ ਇੱਥੇ ਤਾਂ ਜਿਹੜਾ ਹੈਗਾ ਉਹ ਮਾਲਕ ਪਰਮਾਤਮਾ ਦਾ ਅੰਮ੍ਰਿਤ ਰਸ ਹੈਗਾ, ਅਮਰ ਕਰ ਰਿਹਾ ਹੈ। ਕਿਉਂ ਟਾਰੂਗਾ ਭਾਈ ਮਨ ਤੋਂ? ਨਿਮਕ ਵਾਸਤੇ। ਹਮਾਰੀ ਪਿਆਰੀ ਅੰਮ੍ਰਿਤ ਧਾਰੀ ਗੁਰ ਨਿਮਕ ਨਾ ਮਨ ਤੇ ਟਾਰੀ ਰੇ ਰਹਾਓ। ਐਸਾ ਗੁਰੂ ਨੇ ਦੇ ਦਿੱਤੀ ਭਾਈ। ਦਰਸ਼ਨ ਪਰਸਨ ਸਰਸਨ ਹਰਸਨ, ਕਹਿੰਦੇ ਦਰਸ਼ਨ ਮਾਲਕ ਦੇ ਦਰਸ਼ਨ ਤੇ ਪਰਸਨਾ ਤੇ ਸਰਸਨਾ, ਕਹਿੰਦੇ ਰਸ ਦੇ ਨਾਲ ਭਰ ਜਾਣਾ। ਹਰਸਨ ਕਹਿੰਦੇ ਖੁਸ਼ੀ ਖੇੜ ਦੇ ਵਿੱਚ ਆ ਜਾਣਾ। ਰੰਗ ਰੰਗੀ ਕਰਤਾਰੀ ਰੇ, ਇਹ ਅੰਮ੍ਰਿਤਧਾਰੀ ਐਸੀ ਹੈ ਪਰਮੇਸ਼ਰ ਦੇ ਰੰਗ ਦੇ ਵਿੱਚ ਪੂਰੀ ਤਰ੍ਹਾਂ ਰੰਗਾ ਦਿੰਦੀ ਹੈ, ਉਸ ਕਰਤਾਰ ਦੇ ਰੰਗ ਦੇ ਵਿੱਚ। ਵਾਹ ਜੀ ਵਾਹ। ਕਿਵੇਂ ਕਰਦੇ ਆ? ਕੀ ਕਰਦੇ ਆ? ਖਿਨਰਮ ਗੁਰਗਮ, ਕਹਿੰਦੇ ਖਿਨ ਮਾਲਕ ਪਰਮਾਤਮਾ ਦੇ ਨਾਮ ਦੇ ਨਵਾਰਾ ਉਹਦੇ ਵਿੱਚ ਰਮਦੇ ਆ, ਗੁਰੂ ਦੀ ਗਿਆਨ ਦੇ ਦੁਆਰਾ, ਗੁਰਗਮ ਦੇ ਦੁਆਰਾ, ਜੋ ਗੁਰੂ ਦੀ ਮਾਤਿਆ। ਪਰਮਾਤਮਾ ਅਗਮ ਹੈਗਾ, ਇਹ ਗੁਰਗਮ ਹੈਗਾ। ਗੁਰੂ ਗਿਆਨ ਦੇ ਰਿਹਾ ਹੈ, ਗੁਰੂ ਤਾਂ ਈਸੀ ਦੇ ਰਿਹਾ ਗਿਆਨ। ਗੁਰਗਮ ਲੈ ਲਈਏ ਆਪਾਂ, ਗਮ ਜੀ ਉਹਦੇ ਗੁਰੂ ਦੇ ਗਿਆਨ ਦੇ ਵਿੱਚ। ਖਿਨਰਮ ਗੁਰਗਮ ਹਰਦਮ ਕਰਨਾ ਹੈ, ਨਹਿ ਜਮ ਨਹੀਂ ਆਉਣਗੇ। ਹਰ ਕੰਠ ਨਾਨਕ ਉਰ ਧਾਰੀ ਰੇ, ਇਹਨੂੰ ਕੰਠ ਦੇ ਵਿੱਚ ਕਹਿੰਦੇ ਆ ਮਹਾਰਾਜ, ਕੰਠ ਦੇ ਵਿੱਚ ਉਰ ਧਾਰ। ਜਿਨ੍ਹਾਂ ਨੂੰ ਇਹ ਅੰਮ੍ਰਿਤ ਦੀ ਧਾਰਾ ਚੱਲ ਪੈਂਦੀ ਆ, ਉਹ ਕਿਉਂ ਛੱਡਣਗੇ ਭਾਈ? ਕਿਹਨੂੰ? ਹਰ ਕੰਠ ਨਾਨਕ ਉਰ ਧਾਰੀ ਰੇ, ਕੀ ਇਹ ਅੰਮ੍ਰਿਤ ਦੀ ਧਾਰ। ਹਰ ਕੰਠ ਨਾਨਕ ਉਰ ਧਾਰੀ ਰੇ ਉਰ ਹਾਰੀ ਰੇ। ਹਾਂ, ਬਹੁਤ ਵਧੀਆ ਜੀ, ਬਹੁਤ ਵਧੀਆ। ਹਾਰੀ ਦਾ ਮਤਲਬ ਹੈ ਹਾਰ ਬਣਾ ਲਿਆ। ਉਰਦੇ ਦੇ ਵਿੱਚ ਹਾਰ ਚੱਲ ਪਿਆ, ਹਾਰ ਵਾਂਗੂ ਚੱਲ ਪਈਏ ਇਹ ਕਥਾ, ਇਹ ਅੰਮ੍ਰਿਤ ਰਸ, ਇਹ ਅੰਮ੍ਰਿਤ ਧਾਰ। ਹਿਰਦੇ ਹਾਰ ਸ਼ਬਦ ਸਤਿਗੁਰ ਕੋ। ਹਿਰਦੇ ਇਸ ਤਰ੍ਹਾਂ ਦਾ ਆਉਂਦਾ, ਚੌਥੀ ਪਾਤਸ਼ਾਹੀ ਦਾ ਸ਼ਬਦ। ਅੱਗੇ ਜੀ 6ਵਾਂ ਲੜੀ ਦਾ ਮੋਤੀ, ਆਸਾ ਮਹੱਲਾ 5ਵਾਂ। ਨੀਕੀ ਸਾਧ ਸੰਗਾਨੀ ਰਹਾਓ। ਕਹਿੰਦੇ ਇਹ ਗੁਰੂ ਦੀ ਸੰਗਤ ਜਿਹੜੀ ਹੈਗੀ ਆ, ਬਹੁਤ ਹੀ ਚੰਗੀ ਹੈ ਭਾਈ, ਬਹੁਤ ਹੀ ਚੰਗੀ ਹੈ ਭਾਈ। ਦੇਖੋ 3 ਅੱਖਰ ਹੈ, ਰਹਾਓ ਦੀ ਪੰਕਤੀ ਹੈਗੀ ਬਸ। ਨੀਕੀ ਸਾਧ ਸੰਗਾਨੀ, ਬਸ ਰਹਾਓ। ਕਿਆ ਪੋਇਟਰੀ ਹੈ ਜੀ, ਕਿਆ ਪੋਇਟਰੀ ਹੈ। ਦੇਖੋ ਕਿਆ ਸ਼ਬਦ ਹੈਗਾ, ਕਿਆ ਗਿਆਨ ਹੈਗਾ। ਨੀਕੀ ਸਾਧ ਸੰਗਾਨੀ ਰਹਾਓ, ਪਹਿਰ ਮੂਰਤ ਪਲ ਗਾਵਤ ਗੋਬਿੰਦ ਬਖਾਨੀ। ਹੁਣ ਉਹਨੂੰ ਖੋਲ ਰਹੇ ਆ, ਸਾਧ ਸੰਗਾਨੀ ਕੀ ਹੈਗੀ? ਕਹਿੰਦੇ ਭਾਈ ਪਹਿਰ ਮੂਰਤ, ਜੋ ਸਮਝ ਆ ਰਿਹਾ, ਪਲ ਪਰਮੇਸ਼ਰ ਦੀ ਭਗਤੀ ਹੋ ਰਹੀ ਹੈ। ਗਾਵਤ ਗੋਬਿੰਦ ਬਖਾਨੀ, ਉਹ ਮਾਲਕ ਪਰਮਾਤਮਾ ਅੰਗ ਸੰਗ ਹੈਗਾ, ਉਸੇ ਦਾ ਧਿਆਨ, ਉਸੇ ਦਾ ਸਿਮਰਨ, ਉਸੇ ਨੂੰ ਵਖਾਣ ਰਹੇ। ਆਇਆ ਸਾਧ ਸੰਗਾਨੀ ਨੀਕੀ ਸਾਧ ਸੰਗਾਨੀ ਰਹਾਓ, ਪਹਿਰ ਮੂਰਤ ਪਲ ਗਾਵਤ ਗੋਬਿੰਦ ਬਖਾਨੀ। ਚਾਲਤ ਬੈਸਤ ਸੋਵਤ ਹਰ ਜਸ, ਮਨ ਤਨ ਚਰਨ ਖਟਾਨੀ। ਦੇਖ ਲਓ ਹੁਣ ਕਿਸ ਤਰ੍ਹਾਂ ਜਿਹੜਾ ਹੈਗਾ, ਕਿਸ ਤਰ੍ਹਾਂ ਵਿਸਰੇ ਮਾਲਕ ਪਰਮਾਤਮਾ। ਕਹਿੰਦੇ ਚੱਲਦੇ ਬੈਠਦੇ ਸੌਂਦੇ, ਬਸ ਹਰ ਟਾਈਮ ਜੋ ਵੀ ਕਰ ਰਿਹਾ, ਇਨਸਾਨ ਦੀ ਸੁਰਤ ਉੱਥੇ ਹੀ ਟਿਕੀ ਹੁੰਦੀ। ਉਹ ਜਿਹੜੀ ਜਿਸ ਤਰ੍ਹਾਂ ਕਹਿੰਦੇ ਨਾ ਜੀ, ਇੱਕ ਜਿਹੜੀ ਕੋਈ ਚੀਜ਼ ਨੂੰ ਆਪਾਂ ਰਬਰ ਦੇ ਨਾਲ ਕੋਈ ਚੀਜ਼ ਖਿੱਚੋ ਤੇ ਵਾਪਸ ਉਹਨੂੰ ਛੱਡੋ ਤੇ ਵਾਪਸ ਉਹ ਉਸੇ ਸੈਂਟਰ ਤੇ ਪਹੁੰਚ ਜਾਂਦੀ ਹੈ, ਵਾਪਸ ਉਸੇ ਜਗ੍ਹਾ ਤੇ ਪਹੁੰਚਦੀ ਹੈ। ਉਹ ਹੈਗੀ ਭਾਈ, ਇਸ ਤਰ੍ਹਾਂ ਦੀ ਹੈਗੀ ਆ। ਚਾਲਤ ਬੈਸਤ ਸੋਬਤ ਹਰ ਜਸ, ਮਨੇ ਤਨੇ ਚਰਨ ਖਟਾਨੀ ਰੇ। ਮਨ ਔਰ ਤਨ ਦੇ ਵਿੱਚ ਬਸ ਉਹ ਕਹਿੰਦੇ ਉਹ ਚਰਨ, ਉਹ ਸ਼ਬਦ ਰੂਪੀ ਜਿਹੜੇ ਚਰਨ ਜਿਹੜੇ ਹੈਗੇ ਖਟ ਗਏ ਭਾਈ, ਅੰਦਰ ਹੀ ਜਿਹੜੇ ਹੈਗੇ ਸਥਾਪਿਤ ਹੋ ਗਏ। ਚਾਲਤ ਬੈਸਤ ਸੋਬਤ ਹਰ ਜਸ, ਮਨ ਤਨ ਚਰਨ ਖਟਾਨੀ ਰੇ। ਹਉ ਹੋਰੋ
ਤੂੰ ਠਾਕੁਰ ਗੌਰੋ, ਨਾਨਕ ਸ਼ਰਨ ਪਛਾਨੀ ਰੇ। ਮਾਲਕਾ ਮੈਂ ਤਾਂ ਬਹੁਤ ਹਲਕਾ ਹੈਗਾ, ਬਹੁਤ ਹਲਕਾ ਹੈਗਾ, ਬਸ ਤੂੰ ਮੇਰਾ ਮਾਲਕ ਹੈਗਾ, ਤੂੰ ਬਹੁਤ ਵੱਡਾ ਹੈਗਾ, ਬਹੁਤ ਗੌਰਾ ਹੈਗਾ ਤੂੰ ਭਾਈ, ਮੈਂ ਤਾਂ ਬਿਲਕੁਲ ਹੌਲਾ ਹੈਗਾ, ਤੂੰ ਬਹੁਤ ਭਾਰੀ ਹੈ ਮਾਲਕਾ। ਤੂੰ ਹੌਰੋ, ਤੂੰ ਠਾਕੁਰ ਗੌਰੋ, ਨਾਨਕ ਸ਼ਰਨ ਪਛਾਨੀ। ਮਾਲਕਾ ਬਹੁਤ ਮਿਹਰ ਹੋ ਗਈ, ਇਹ ਸਾਧ ਸੰਗਾਨੀ ਮਿਲ ਗਈ ਮੈਨੂੰ, ਔਰ ਮੈਂ ਤੇਰੀ ਸ਼ਰਨ 'ਚ, ਮੈਨੂੰ ਪਤਾ ਲੱਗ ਗਿਆ ਵੀ ਤੇਰੀ ਸ਼ਰਨ 'ਚ ਕਿਵੇਂ ਜਾਣਾ। ਮੈਨੂੰ ਪਛਾਣ ਹੋ ਗਈ ਤੇਰੀ ਸ਼ਰਨ ਦੀ ਮਾਲਕਾ, ਮੈਨੂੰ ਤੇਰੀ ਸ਼ਰਨ ਦੀ ਪਛਾਣ ਹੋ ਗਈ। ਚੱਲਦੇ ਬੈਠਦੇ ਸੌਂਦੇ ਜਾਗਦੇ ਜਿਹੜਾ ਮਾਲਕਾ ਤੇਰੇ ਨਾਲ ਜੁੜਿਆ ਰਹਿਣਾ। ਬਹੁਤ ਬਹੁਤ ਜਿਹੜੀ ਆ ਤੇਰੀ ਕਿਰਪਾ ਹੈਗੀ। ਹਾਂ ਹੌਰੋ, ਮੈਂ ਤਾਂ ਬਹੁਤ ਹੌਲਾ ਆ, ਤੂੰ ਠਾਕੁਰ ਹੈਗਾ ਆ ਗੌਰਾ, ਨਾਨਕ ਸ਼ਰਨ ਪਛਾਨੀ। ਇਹ ਜੀ 6 ਸੀਗੇ, ਅਗਲੇ ਹੁਣ ਫਿਰ 6 ਸ਼ੁਰੂ ਹੋ ਰਹੇ ਆ, ਲੈ ਲੈਣੇ ਭਾਈ, ਸਮਾਂ ਹੈਗਾ। ਰਾਗ ਆਸਾ ਮਹੱਲਾ ਪੰਜਵਾਂ, ਘਰ 12ਵਾਂ। ਲੋਕ ਘਰ ਹੋਰ ਵਧਾਤਾ ਮਹਾਰਾਜ ਨੇ ਇੱਕ ਓਂਕਾਰ ਸਤਿਗੁਰ ਪ੍ਰਸਾਦ। ਤਿਆਗ ਸਗਲ ਸਿਆਣਪਾਂ, ਭਜ ਪਾਰ ਬ੍ਰਹਮ ਨਿਰੰਕਾਰ। ਲੋਕ ਦੇਖੋ ਕਿੰਨੇ ਘਰ ਆ ਗਏ। ਤਿਆਗ ਦੇ ਬਾਅਦ ਇੱਕ ਘਰ, ਸਗਲ ਦੇ ਬਾਅਦ ਇੱਕ ਘਰ, ਭਜ ਇੱਕ ਘਰ, ਪਾਰ ਬ੍ਰਹਮ। ਕਿਹੜਾ ਪਾਰ ਬ੍ਰਹਮ? ਜਿਹੜਾ ਆਕਾਰ ਨਹੀਂ ਹੈ ਜਿਹਦਾ। ਆ ਲਓ ਇੰਨੇ ਘਰ, 1 2 3 4 ਘਰ ਆ ਗਏ ਭਾਈ। ਪੰਜ ਬਣ ਗਏ ਇਹਦੇ, ਦੇਖੋ ਖਾਨੇ 5 ਬਣ ਗਏ, ਔਰ ਥੱਲੇ 6 ਬਣਨੇ ਆ, ਤੇ 11 ਹੋ ਜਾਣਗੇ, 12 ਹੋ ਜਾਣਗੇ, 5 ਤੇ 7। ਇਸ ਤਰੀਕੇ ਦੇ ਨਾਲ ਜਿਹੜਾ ਹੈਗਾ ਇਹ ਘਰ ਆ। ਕਹਿੰਦੇ ਸਾਰੀਆਂ ਸਿਆਣਪਾਂ ਛੱਡ ਦੇ, ਪਰਮੇਸ਼ਰ ਦਾ ਭਜਨ ਕਰ, ਉਸ ਪਾਰ ਬ੍ਰਹਮ ਦਾ, ਜਿਹੜਾ ਆ ਬ੍ਰਹਮ ਹੈਗਾ, ਤੇ ਇਸ ਤੋਂ ਪਾਰ ਜਿਹੜਾ ਹੈਗਾ ਉਹ ਪਾਰ ਬ੍ਰਹਮ ਮਾਲਕ ਪਰਮਾਤਮਾ, ਜਿਹਨੇ ਆ ਬ੍ਰਹਮ ਬਣਾਇਆ। ਬ੍ਰਹਮ ਮਾਲਕ, ਇਹਦੇ ਵਿੱਚ ਮਾਲਕ ਹੈ, ਇਹ ਵੀ ਬ੍ਰਹਮ ਹੈਗਾ। ਇਹ ਕਿਤੇ ਨਹੀਂ ਜਾਣ ਵਾਲੀ ਚੀਜ਼, ਪਾਵਰ ਜਿਹੜੀ ਜੋ ਕੁਛ ਵੀ ਹੈਗੀ, ਜੋ ਵੀ ਹੈਗਾ, ਇਹ ਮਾਇਆ ਜੋ ਦਿਸ ਰਿਹਾ ਹੈ, ਸਾਰਾ ਦਾ ਸਾਰਾ ਉਸ ਮਾਲਕ ਪਰਮਾਤਮਾ ਦੇ ਵਿੱਚੋਂ ਹੀ ਆਇਆ, ਉਹਦੇ ਵਿੱਚ ਹੀ ਵੜ ਜਾਣਾ ਹੈ। ਤਿਆਗ ਸਗਲ ਸਿਆਣਪਾਂ, ਭਜ ਪਾਰ ਬ੍ਰਹਮ ਨਿਰੰਕਾਰ। ਸਾਇੰਟਿਸਟ ਕਹਿੰਦੇ ਬਲੈਕ ਹੋਲ ਆ ਭਾਈ, ਬਲੈਕ ਹੋਲ ਭਾਈ। ਹਾਂ ਉਹ ਮਾਲਕ ਵੀ ਤਾਂ ਬਲੈਕ ਹੀ ਹੈਗਾ, ਉਹਦੇ ਵਿੱਚ ਕੋਈ ਜਿਹੜਾ ਹੈਗਾ ਉਹਦੇ ਵਿੱਚ ਵਿਚਾਰ ਨਹੀਂ ਹੈਗੇ। ਤਿਆਗ ਸਗਲ ਸਿਆਣਪਾਂ, ਭਜ ਪਾਰ ਬ੍ਰਹਮ ਨਿਰੰਕਾਰ। ਉਹ ਨਿਰੰਕਾਰ ਜਿਹੜਾ ਆਕਾਰ ਰਹਿਤ ਮਾਲਕ ਪਰਮਾਤਮਾ। ਏਕ ਸਾਚੇ ਨਾਮ ਬਾਝੋਂ, ਇੱਕ ਪਰਮੇਸ਼ਰ ਦੇ ਸੱਚੇ ਨਾਮ ਤੋਂ ਬਗੈਰ, ਉਸ ਸੱਚੇ ਪਰਮਾਤਮਾ ਦੇ ਨਾਮ ਤੋਂ ਬਗੈਰ ਸਗਲ ਦਿਸੈ ਛਾਰ। ਬਾਕੀ ਜੋ ਕੁਛ ਦਿਸ ਰਿਹਾ ਹੈ ਇਹ ਛਾਰ ਹੈਗਾ, ਇਹ ਛਲ ਹੈਗਾ, ਇਹ ਟਰੈਪ ਹੈਗੀ, ਇਹ ਧੋਖਾ ਹੈਗਾ। ਇਹ ਸਿਰਫ ਜਿਹੜਾ ਹੈਗਾ ਜਿਵੇਂ ਕੋਈ ਪਿਕਚਰ ਹੁੰਦੀ ਹੈ, ਤਾਂ ਪਟਲ ਦੇ ਉੱਤੇ ਕੋਈ ਪਿਕਚਰ ਆ ਰਹੀ, ਆਪਾਂ ਫਿਲਮ ਦੇਖ ਰਹੇ ਹਾਂ, ਉਸ ਤਰ੍ਹਾਂ ਦੀ ਕਹਿੰਦੇ ਉਹ ਉੱਥੇ ਕੋਈ ਬੰਦਾ ਜਾਂ ਤੀਮੀ ਜੋ ਵੀ ਦਿਸ ਰਿਹਾ ਤੈਨੂੰ ਨਹੀਂ ਹੈਗੇ ਭਾਈ, ਸਿਰਫ ਛਾਇਆ ਹੈਗੀ। ਇੱਕ ਸਾਚੇ ਨਾਮ ਬਿਨ, ਇੱਕ ਸਾਚੇ ਨਾਮ ਬਾਝੋਂ, ਸਗਲ ਦਿਸੈ ਛਾਰ। ਸੋ ਪ੍ਰਭ ਜਾਣੀਏ ਸਦ ਸੰਗ। ਬਸ ਕਹਿੰਦੇ ਉਹ ਮਾਲਕ ਪਰਮਾਤਮਾ ਨੂੰ ਹਮੇਸ਼ਾ ਆਪਣੇ ਸੰਗ ਜਾਣ, ਅੰਗ ਸੰਗ ਜਾਣ, ਹਮੇਸ਼ਾ ਸਦ, ਹਮੇਸ਼ਾ ਹਰ ਟਾਈਮ। ਸੋ ਪ੍ਰਭ ਜਾਣੀਏ ਸਤ ਸੰਗ, ਗੁਰ ਪ੍ਰਸਾਦੀ ਬੂਝੀਏ ਏਕ ਹਰ ਕੈ ਰੰਗ। ਬਸ ਇਹ ਚੀਜ਼ ਜਿਹੜਾ ਹੈਗਾ ਗੁਰੂ ਦੇ ਪ੍ਰਸਾਦ ਦੇ ਨਾਲ ਬੁੱਝਿਆ ਜਾਂਦਾ ਹੈ ਭਾਈ, ਔਰ ਪਰਮੇਸ਼ਰ ਦਾ ਰੰਗ ਜਿਹੜਾ ਹੈਗਾ ਉਹ ਚੜ ਜਾਂਦਾ ਉਹਦੇ ਉੱਤੇ। ਗੁਰ ਪ੍ਰਸਾਦੀ ਬੂਝੀਏ ਏਕ ਹਰ ਕੈ ਰੰਗ, ਇੱਕ ਮਾਲਕ ਪਰਮਾਤਮਾ ਦੇ ਰੰਗ ਦੇ ਵਿੱਚ ਰੰਗਿਆ ਜਾਣਾ ਆਪਾਂ ਨੇ। ਰਹਾਉ, ਆ ਰਹਾਉ ਦੀ ਪੰਕਤੀ ਹੈਗੀ। ਇਹ ਰਹਾਉ ਜਿਹੜੀ ਹੈਗੀ ਮਹਾਰਾਜ ਕਹਿੰਦੇ ਆ ਇਹ 12 ਘਰ ਇਹਦੇ ਵਿੱਚ ਨਹੀਂ ਹੈਗੇ ਰਹਾਉ ਦੇ ਵਿੱਚ, ਇਹ ਰਹੀ ਹੋਈ ਹੈ, ਕਿਉਂਕਿ ਇਹਦੇ ਵਿੱਚ ਜਿਹੜਾ ਹੈਗਾ ਇਹਦੇ ਵਿੱਚ ਸੈਂਟਰਲ ਆਈਡੀਆ ਦੇਣਾ ਹੈ ਸ਼ਬਦ ਦਾ, ਇਸ ਕਰਕੇ ਜਿਹੜਾ ਹੈਗਾ ਇਹ ਰਹੀ ਹੋਈ ਹੈ ਘਰਾਂ ਤੋਂ। ਇਹਦੇ ਕਿੰਨੇ ਘਰ ਆ, ਇਹ ਉੱਪਰਲੇ ਉਹਦੇ ਨਾਲ ਮੈਚ ਨਹੀਂ ਕਰਨਗੇ। ਔਰ ਰਹਾਓ ਮਤਲਬ ਠਹਿਰ ਕੇ, ਇਹਨੂੰ ਪਹਿਲਾਂ ਵਿਚਾਰ ਲਾ। ਆ ਉੱਪਰ ਜਿਹੜਾ ਹੈ ਦੋਨਾਂ ਤੇ 1 ਨੰਬਰ ਪਾਇਆ ਹੋਇਆ, ਇਹਨਾਂ ਨੂੰ ਵਿਚਾਰ ਕੇ ਇਹਦੇ ਵਿੱਚੋਂ ਜਿਹੜਾ ਹੈਗਾ ਤੱਤ ਵਸਤੂ ਕੀ ਹੈਗੀ ਆ ਉਹਨੂੰ ਜਾਣ ਲਾ, ਫਿਰ ਸ਼ਬਦ ਅੱਗੇ ਦੇਖ, ਫਿਰ ਉਹ ਸ਼ਬਦ ਪੂਰਾ ਦਾ ਪੂਰਾ
ਅੱਗੇ ਮਹਾਰਾਜ ਜਿਹੜੇ ਹੈਗੇ ਐਗਜ਼ਾਮਪਲ ਦੇ ਕੇ ਉਹਨੂੰ ਐਕਸਪਲੇਨ ਕਰਦੇ ਆ ਇਸੇ ਗੱਲ ਨੂੰ। ਇਸ ਤਰ੍ਹਾਂ ਦੀ ਸ਼ਬਦਾਂ ਦੀ ਬਣਤਰ ਹੁੰਦੀ ਹੈ। ਹੁਣ ਦੇਖੋ ਗਿਆਨ ਕੀ ਦੇ ਰਿਹਾ, ਰਾਹੋ ਕੀ ਹੈ, ਸਾਰਾਂਸ਼ ਕੀ ਹੈਗਾ ਕਿ ਮਾਲਕ ਪਰਮਾਤਮਾ ਤੋਂ ਬਗੈਰ ਬਸ ਬਾਕੀ ਕੁਛ ਨਹੀਂ ਹੈਗਾ। ਬਾਕੀ ਸਾਰਾ ਕੁਝ ਜੋ ਦਿਸ ਰਿਹਾ ਹੈ, ਜੋ ਇਹ ਸਾਰਾ ਛਾਰ ਹੈਗਾ, ਇਹ ਗੇਮ ਹੈਗੀ ਭਾਈ। ਔਰ ਆਪਣੇ ਮਨ ਦੀਆਂ ਚਤੁਰਾਈਆਂ ਸਿਆਣਪਾਂ ਛੱਡ ਦੇ, ਭਜਨ ਕਰ ਲਾ ਉਸ ਨਿਰੰਕਾਰ ਦਾ, ਉਸ ਪਰੇ ਜਿਹੜਾ ਬ੍ਰਹਮ ਤੋਂ ਪਰੇ ਹੈ, ਉਸ ਦਾ, ਇਹ ਸੰਸਾਰ ਸਮੁੰਦਰ ਤੋਂ ਪਰੇ ਹੈਗਾ ਜਿਹੜਾ। ਔਰ ਉਹਨੂੰ ਹਮੇਸ਼ਾ ਆਪਣੇ ਨਾਲ ਜਾਣ। ਸੋ ਪ੍ਰਭ ਜਾਣੀਏ ਸਤਸੰਗ, ਔਰ ਗੁਰੂ ਦੇ ਪ੍ਰਸਾਦ ਦੇ ਨਾਲ, ਗੁਰੂ ਤੋਂ ਬੁੱਝਣਾ ਹੈ, ਗੁਰੂ ਦੀ ਕਿਰਪਾ ਤੋਂ ਬੁੱਝਣਾ ਹੈ, ਔਰ ਪਰਮੇਸ਼ਰ ਦਾ ਰੰਗ ਇਸ ਤਰ੍ਹਾਂ ਚੜ੍ਹ ਜਾਣਾ, ਇੱਕ ਮਾਲਕ ਦੇ ਰੰਗ ਦੇ ਵਿੱਚ ਰੰਗਿਆ ਜਾਏਗਾ। ਆ ਹੈਗਾ ਸ਼ਬਦ ਦਾ ਸਾਰ। ਵੀਰ ਜੀ, ਹਾਂਜੀ, ਜੇ ਸੋਚਿਆ ਜਾਵੇ ਤਾਂ ਬੇਸਿਕਲੀ ਸਾਰੀ ਬਾਣੀ ਦਾ ਹੀ ਭਾਵ ਸੋ ਪ੍ਰਭ ਜਾਣੀਏ ਸਤ ਸੰਗ। ਹਾਂ, ਉਹ ਸਾਰੀ ਬਾਣੀ ਦਾ ਇਹੀ ਭਾਵ ਆ ਜੇ ਸੋਚਿਆ ਜਾਵੇ ਤਾਂ। ਬਿਲਕੁਲ ਸਹੀ ਹੈ ਜੀ, ਬਿਲਕੁਲ ਸਹੀ ਹੈ। ਬਸ ਇਹੀ ਗੇਮ ਆ। ਬਸ ਜੇ ਉਹਨੂੰ ਮਾਲਕ ਨੂੰ ਸੰਗ ਜਾਣ ਲਿਆ ਤੇ ਆਪਾਂ ਬਾਹਰ ਹੋ ਗਏ, ਗੇਮ ਤੋਂ ਬਾਹਰ ਹੋ ਗਏ। ਬਸ ਫਿਰ ਤਾਂ ਤੂੰ ਕਰਤਾ ਤੂੰ ਬਿਆ ਮੁਝ ਮੇ ਰਹਾ ਨਾ ਹੂੰ, ਖਤਮ ਹੋ ਗਈ ਕਹਾਣੀ। ਸੋ ਪ੍ਰਭ ਜਾਣੀਏ ਸਤਸੰਗ, ਗੁਰ ਪ੍ਰਸਾਦੀ ਬੂਝੀਏ, ਏਕ ਹਰ ਕੇ ਰੰਗ ਰਹਾਓ। ਸਰਨ ਸਮਰਥ ਏਕ ਕੇਰੀ, ਦੂਜਾ ਨਾਹੀ ਠਾਉ। ਕਹਿੰਦੇ ਹੋਰ ਕੋਈ ਆਪਸ਼ਨ ਹੀ ਨਹੀਂ ਹੈਗਾ ਭਾਈ, ਕਿੱਥੇ ਜਾਏਗਾ ਦੱਸ। ਤੂੰ ਕਰੋੜਾਂ ਜਨਮ ਲੈ ਚੁੱਕਾ ਆ ਔਰ ਤੈਨੂੰ ਹਾਲੇ ਵੀ ਪਤਾ ਨਹੀਂ ਲੱਗਿਆ ਬਈ ਹੋਰ ਕੋਈ ਦੂਸਰੀ ਜਗ੍ਹਾ ਹੀ ਨਹੀਂ ਹੈ। ਬਾਹਰ ਇੱਥੇ ਹੀ ਮਾਇਆ ਦੇ ਵਿੱਚ ਘੁੰਮੇ। ਇੱਕ ਮਾਲਕ ਹੈ ਤੇ ਇੱਕ ਮਾਲਕ ਦੀ ਦੂਸਰੀ ਚੀਜ਼ ਉਹਨੇ ਮਾਇਆ ਹੈ, ਛਾਲਿਆ। ਬਸ ਛਲ ਦੇ ਵਿੱਚ, ਮਾਇਆ ਦੇ ਵਿੱਚ ਰਹੇਗਾ, ਟਰੈਪ ਦੇ ਵਿੱਚ ਰਹੇਗਾ। ਦੂਜੀ ਕੋਈ ਮਾਲਕ, ਉਹਦੇ ਵਿੱਚ ਵੀ ਮਾਲਕ ਹੀ ਹੈ, ਉਸੇ ਮਾਲਕ ਨੇ ਹੀ ਟਰੈਪ ਬਣਾਈ ਹੋਈ ਹੈ। ਸਰਨ ਸਮਰਥ ਏਕ ਕੇਰੀ, ਦੂਜਾ ਨਾਹੀ ਠਾਉ। ਮਹਾ ਭਉਜਲ ਲੰਘੀਏ, ਸਦਾ ਹਰ ਗੁਣ ਗਾਓ। ਬਸ ਇਹ ਮਹਾ ਭਉਜਲ ਹੈਗਾ। ਕਹਿੰਦੇ ਇਸ ਤੋਂ ਉੱਪਰਲਾ ਕੋਈ ਭਉਜਲ ਨਹੀਂ ਹੈਗਾ। ਹਿੰਦ ਮਹਾਸਾਗਰ, ਫਲਾਨਾ ਮਹਾਸਾਗਰ, ਕਹਿੰਦੇ ਆਹ ਮਹਾ ਭਉਜਲ ਹੈ ਪਿਆਰਿਆ। ਦੇਖ ਲਾ, ਆ ਜੋ ਦਿਸ ਰਿਹਾ, ਜੋ ਸ੍ਰਿਸ਼ਟੀ, ਜੋ ਰਸਕਸ, ਜੋ ਸਵਾਦ, ਜੋ ਸਰੀਰ, ਜੋ ਆਪਣੇ ਕੋਲ ਜੋ ਹੈਗਾ ਸਾਰਾ ਇਹ ਮਹਾ ਭਉਜਲ ਹੈਗਾ। ਇਹਨੂੰ ਲੰਘਣਾ ਹੈ ਭਾਈ। ਇਸ ਕਰਕੇ ਹਮੇਸ਼ਾ ਮਾਲਕ ਪਰਮਾਤਮਾ ਦੀ ਭਗਤੀ ਕਰ, ਸਦਾ ਹਰ ਗੁਣ ਗਾਓ। ਜਨਮ ਮਰਨ ਨਿਵਾਰੀਏ, ਦੁੱਖ ਨਾ ਜਮ ਪੂਰੇ ਹੋਏ। ਕਹਿੰਦੇ ਜਨਮ ਮਰਨ ਤੇਰਾ ਦੂਰ ਹੋ ਜਾਏਗਾ, ਜਨਮ ਮਰਨ ਦਾ ਗੇੜਾ ਖਤਮ ਹੋ ਜਾਏਗਾ। ਔਰ ਜਮ ਦੀ ਪੂਰੀ ਚੀਜ਼ ਜਿਹੜਾ ਹੈਗਾ ਤੈਨੂੰ ਨਹੀਂ ਜਾਣਾ ਪਊਗਾ, ਔਰ ਜੂਨਾਂ ਦੇ ਵਿੱਚ ਨਹੀਂ ਭਟਕਣਾ ਪਊਗਾ। ਨਾਮ ਨਿਦਾਨ ਸੋਈ ਪਾਏ, ਕਿਰਪਾ ਕਰੇ ਪ੍ਰਭ ਸੋਏ। ਕਹਿੰਦੇ ਨਾਮ ਦਾ ਖਜ਼ਾਨਾ ਉਸੇ ਨੂੰ ਮਿਲਦਾ ਹੈ, ਸੋਈ ਪਾਏ, ਕਿਰਪਾ ਕਰੇ ਪ੍ਰਭ ਸੋਏ। ਮਾਲਕ ਨੇ ਦੇਣਾ ਹੈ ਨਾਮ ਦਾ ਖਜ਼ਾਨਾ। ਉਸਨੇ ਕਿਰਪਾ ਕਰਨੀ, ਉਸ ਕਿਰਪਾਲੂ ਨੇ, ਦਿਆਲੂ ਨੇ, ਉਸ ਪ੍ਰਭੂ ਨੇ। ਏਕ ਟੇਕ ਆਧਾਰ ਏਕੋ, ਏਕ ਕਾ ਮਨ ਜੋਰ। ਕਹਿੰਦੇ ਇੱਕੋ ਹੀ ਟੇਕ, ਇੱਕੋ ਦਾ ਆਸਰਾ ਹੈਗਾ, ਇੱਕੋ ਦਾ ਮਨ ਦੇ ਵਿੱਚ ਤੇਰੇ ਜਿਹੜਾ ਹੈਗਾ ਜੋਰ, ਇੱਕੋ ਦਾ ਤਾਣ ਰੱਖ ਆਪਣੇ ਮਨ ਦੇ ਵਿੱਚ, ਔਰ ਇੱਕੋ ਦੇ ਨਾਲ ਜੁੜ। ਏਕ ਟੇਕ ਆਧਾਰ ਏਕੋ, ਏਕ ਕਾ ਮਨ ਜੋਰ। ਨਾਨਕ ਜਪੀਏ ਮਿਲ ਸਾਧ ਸੰਗਤ, ਹਰ ਬਿਨ ਆਵਰ ਨਾ ਹੋਰ। ਕਹਿੰਦੇ ਉਸਨੂੰ, ਮਾਲਕ ਪਰਮਾਤਮਾ ਨੂੰ, ਉਹਨੂੰ ਯਾਦ ਕਰ ਸਾਧ ਸੰਗਤ ਦੇ ਦੁਆਰਾ, ਗੁਰੂ ਦੀ ਸੰਗਤ ਦੇ ਦੁਆਰਾ ਮਿਲ ਕੇ। ਉਸ ਤੋਂ ਇਲਾਵਾ ਹੋਰ ਕੋਈ ਆਪਸ਼ਨ ਨਹੀਂ ਹੈ, ਔਰ ਉਸ ਤੋਂ ਇਲਾਵਾ ਹੋਰ ਕੋਈ ਹੈ ਹੀ ਨਹੀਂ ਹੈ। ਹਰ ਬਿਨ ਅਵਰ ਨਾ ਹੋਰ। ਆਸਾ ਮਹੱਲਾ ਪੰਜਵਾਂ। ਜਿਉ ਮਨ ਤਨ ਪ੍ਰਾਣ ਪ੍ਰਭ ਕੇ, ਜਿਉ ਮਨ ਤਨ ਪ੍ਰਾਣ ਪ੍ਰਭ ਕੇ ਦਿਏ ਸਭ, नहीं माफ़ करना, नहीं बनेगा। जियो मन तन प्राण प्रभ के दिए सब रस भोग। जियो मन तन प्राण प्रभ के दिए सब रस भोग। देख लो भाई हुण इत्थे किन्नियां किन्नियां चीज़ां अपने अंदर। जियो हैगा, एक मन हैगा, एक तन हैगा और एक प्राण हैगे अपने। आ चार तो स्ट्रेट फॉरवर्ड चीज़ां अपने अंदर पईयां। आत्मा, मन, तन ते प्राण, ये मालक दे हैगे, मालक ने दिता है। सारा कुछ मालक दा है।
ਦੀਏ ਸਭ ਰਸ ਭੋਗ। ਔਰ ਇਸ ਤੋਂ ਇਲਾਵਾ ਦੇਖ ਲਾ, ਹੁਣ ਤੈਨੂੰ ਸਾਰੀ ਦੁਨੀਆ ਦੇ ਪਦਾਰਥ ਦਿੱਤੇ ਆ ਖਾਣ ਪੀਣ ਨੂੰ, ਭੋਗਣ ਵਾਸਤੇ। ਫਿਰ ਵੀ ਜੇ ਆਪਾਂ ਉਸ ਮਾਲਕ ਨੂੰ ਜਿਹੜਾ ਹੈਗਾ ਰਿਜੈਕਟ ਕਰ ਦਈਏ, ਉਹਦੀ ਐਗਜ਼ਿਸਟੈਂਸ ਹੀ ਨਾ ਮੰਨੀਏ, ਤੇ ਦੱਸੋ ਭਾਈ ਹੁਣ ਉਹਦੇ ਵਾਸਤੇ ਕੀ ਕਹਿ ਸਕਦੇ ਆਪਾਂ? ਉਸ ਤੋਂ ਜਿਹੜੇ ਹੈਗੇ ਮੰਦੇ ਭਾਗ ਕੀ ਹੋ ਸਕਦੇ ਇਨਸਾਨ ਦੇ? ਜਿਉ ਮਨ ਤਨ ਪ੍ਰਾਣ ਪ੍ਰਭ ਕੇ ਦੀਏ ਸਭ ਰਸ ਭੋਗ। ਦੀਨ ਬੰਦਪ ਜੀ ਦਾਤਾ ਸ਼ਰਨ ਨ ਰਾਖਣ ਜੋਗ। ਕਹਿੰਦੇ ਦੀਨਾਂ ਦਾ ਬੰਦਪ ਹੈਗਾ, ਦੀਨ ਹੋ ਜਾ। ਜੀ ਦਾਤਾ, ਤੇਰੀ ਆਤਮਾ ਦਾ ਦਾਤਾ ਹੈ। ਆਤਮਾ ਨੂੰ ਉਹਨੇ ਦਾਨ ਦੇਣਾ ਹੈ, ਆਤਮਾ ਨੂੰ ਦਾਨ ਦੇਣਾ ਹੈ, ਆਤਮਾ ਦੀ ਖੁਰਾਕ ਦੇਣੀ ਹੈ। ਸ਼ਰਨ ਰਾਖਣ ਜੋਗ, ਜਿਹੜਾ ਵੀ ਸ਼ਰਨ ਚਾਹੁੰਦਾ ਹੈ ਉਹਨੂੰ ਰੱਖਣ ਜੋਗਾ ਹੈ। ਇੰਨਾ ਪਾਵਰਫੁਲ ਹੈਗਾ ਉਹ ਮਾਲਕ ਪਰਮਾਤਮਾ। ਮੇਰੇ ਮਨ ਧਿਆਏ ਹਰ ਹਰ ਨਾਉ। ਇਹ ਮੇਰੇ ਮਨਾ ਕਰ ਲਾ ਫਿਰ ਧਿਆਨ ਉਸ ਮਾਲਕ ਪਰਮਾਤਮਾ ਦਾ, ਉਹਦਾ ਨਾਮ ਲੈ। ਮੇਰੇ ਮਨ ਧਿਆਏ ਹਰ ਹਰ ਨਾਉ, ਹਲਤ ਪਲਤ ਸਹਾਏ ਸੰਗੇ, ਏਕ ਸਿਉ ਲਿਵ ਲਾਓ ਰਾਹੋ। ਉਹ ਮਾਲਕ ਪਰਮਾਤਮਾ ਜਿਹੜਾ ਲੋਕ ਪਰਲੋਕ ਦੇ ਵਿੱਚ ਹਮੇਸ਼ਾ ਸੰਗੀ ਹੈਗਾ, ਉਹਦੇ ਨਾਲ ਲਿਵ ਲਗਾ। ਇਸ ਤਰੀਕੇ ਦੇ ਨਾਲ ਲਾਓ ਲਿਖਿਆ ਨਾਉ, ਮਤਲਬ ਮੇਰੇ ਮਨ ਆਪਣੇ ਮਨ ਨੂੰ ਐਡਰੈਸ ਕਰ ਰਹੇ ਆ। ਮੇਰੇ ਮਨ ਧਿਆਏ ਹਰ ਹਰ ਨਾਉ, ਮੇਰੇ ਮਨਾ ਧਿਆ ਉਸ ਮਾਲਕ ਪਰਮਾਤਮਾ ਦਾ ਨਾਮ, ਉਹਦਾ ਧਿਆਨ ਕਰ। ਹਲਤ ਪਲਤ ਸ਼ਰਨ ਸਹਾਏ ਸੰਗੇ, ਏਕ ਸਿਉ ਲਿਵ ਲਾਓ। ਕਹਿੰਦੇ ਮੈਂ ਉਸ ਮਾਲਕ ਪਰਮਾਤਮਾ ਜਿਹੜਾ ਲੋਕ ਪਰਲੋਕ ਦੇ ਵਿੱਚ ਸਹਾਇਤਾ ਕਰਦਾ ਹੈ, ਸੰਗੀ ਹੈਗਾ, ਹਮੇਸ਼ਾ ਨਾਲ ਰਹਿੰਦਾ, ਉਹਦੇ ਨਾਲ ਲਿਵ ਲਗਾ ਲਾਂ ਰਹਾਓ। ਭਾਈ ਸਾਹਿਬ ਗੱਲ ਆਈ ਸੀ ਬਣ ਚ, ਜੀਓ ਮਨ ਤਨ ਪ੍ਰਾਣ ਪ੍ਰਭ ਕੇ ਦੀਏ। ਹਾਂ ਹਾਂ, ਦੀਏ ਤੇ ਜਾ ਕੇ ਵਿਸ਼ਰਾਮ ਨਹੀਂ ਆਊਗਾ ਆਪਣਾ? ਇੱਕ ਸੈਕਿੰਡ ਜੀ। ਜੀਓ ਮਨ ਤਨ ਪ੍ਰਾਣ ਪ੍ਰਭ ਕੇ ਦੀਏ। ਵੀਰ ਜੀ ਅੱਗੇ ਜਿਹੜਾ ਹੈਗਾ ਫਿਰ ਸਭ ਰਸ ਭੋਗ ਜਿਹੜੇ ਹੈਗੇ ਇਹ ਕਿਹਨੇ ਦਿੱਤੇ ਆ? ਦਿਓਰੀ ਦੀਪਕ ਹੈਗਾ, ਦਿਓਰੀ ਦੀਪਕ ਸਮਝ ਲਓ ਇਹਨੂੰ, ਦੋਨੋਂ ਪਾਸੇ ਲਾ ਲਓ। ਠੀਕ ਹੈ ਜੀ, ਠੀਕ ਹੈ ਜੀ। ਹਾਂਜੀ ਠੀਕ ਹੈ ਜੀ, ਹਾਂ ਠੀਕ ਹੈ। ਬਹੁਤ ਵਧੀਆ ਜੀ, ਬਹੁਤ ਵਧੀਆ, ਬਹੁਤ ਵਧੀਆ ਜੀ। ਅੱਛਾ ਆਪਾਂ ਇੱਕ ਸੈਕਿੰਡ, ਹਾਂ ਹਾਂਜੀ ਰਾਹੋ ਦੇ ਬਾਅਦ ਸੀਗੇ। ਹਾਂ, ਮੇਰੇ ਮਨ ਧਿਆਏ ਹਰ ਹਰ ਨਾਉ, ਹਲਤ ਪਲਤ ਸਹਾਏ ਸੰਗੇ, ਏਕ ਸਿਉ ਲਿਵ ਲਾਉ ਰਹਾਓ। ਮੈਂ ਉਸ ਇੱਕ ਦੇ ਨਾਲ ਲਿਵ ਲਗਾਵਾਂ ਜਿਹੜਾ ਕਿ ਮੇਰੇ ਲੋਕ ਪਰਲੋਕ ਦੇ ਨਾਲ ਮੇਰੇ ਹਮੇਸ਼ਾ ਨਾਲ ਰਹਿਣਾ ਹੈ, ਅੱਗੇ ਵੀ ਮੇਰੇ ਨਾਲ ਹੀ ਰਹਿਣਾ ਹੈ ਉਹਨੇ। ਰਹਾਓ ਵੇਦ ਸ਼ਾਸਤਰ ਜਨ ਧਿਆਵੈ, ਤਰਨ ਕੋ ਸੰਸਾਰ। ਆਪਣੇ ਪਰਮਜੀਤ ਜੀ ਤੁਹਾਡਾ ਜਿਹੜਾ ਨਾ ਮਾਈਕ ਬੰਦ ਕਰ ਦੇਣਾ ਜੀ। ਕਰ ਰਿਹਾ ਜੀ, ਕਰ ਰਿਹਾ। ਹਾਂਜੀ, ਨਾਲੇ ਤੁਹਾਡਾ ਜਿਹੜਾ ਹੈਗਾ ਉਹ ਹੈਂਡ ਜਿਹੜਾ ਹੈਗਾ ਉਹ ਵੀ ਡ੍ਰੌਪ ਕਰ ਦਿਓ। ਹੱਥ ਜਿਹੜਾ ਹੈ, ਹੱਥ ਦਾ ਨਿਸ਼ਾਨ ਜਿਹੜਾ ਹੈਗਾ। ਹਾਂਜੀ ਬਹੁਤ ਵਧੀਆ। ਵੇਦ ਸ਼ਾਸਤਰ ਜਨ ਧਿਆਵੇਂ, ਤਰਨ ਕੋ ਸੰਸਾਰ। ਕਹਿੰਦੇ ਗਿਆਨ ਕਾਹਦੇ ਲਈ ਲੈਂਦੇ ਆ ਜਨ? ਕਿਸ ਵਾਸਤੇ ਗਿਆਨ ਲੈਂਦੇ? ਦੁਨੀਆ ਦਾ ਗਿਆਨ ਕਾਹਦੇ ਵਾਸਤੇ ਲੈਂਦੇ ਆ? ਆਪਾਂ ਖਾਲੀ ਵੇਦ ਸ਼ਾਸਤਰ ਦੀ ਨਹੀਂ ਗੱਲ ਕਰਦੇ, ਆਪਾਂ ਤਾਂ ਗਿਆਨ ਦੀ ਗੱਲ ਕਰਦੇ ਹਾਂ ਭਾਈ। ਗਿਆਨ ਹੈਗਾ ਬ੍ਰਹਮ ਗਿਆਨ ਦੀ ਗੱਲ ਕਰਦੇ ਹਾਂ ਆਪਾਂ ਤਾਂ। ਆਪਾਂ ਨੂੰ ਥੋੜ੍ਹੀ ਨਾ ਵੀ ਇਹਨਾਂ ਦਾ ਵੇਦ ਸ਼ਾਸਤਰ ਹੈ ਫਲਾਣੇ ਦਾ ਇਸ ਤਰ੍ਹਾਂ, ਨਾ ਜੀ। ਅਸੀਂ ਤਾਂ ਇੱਕ ਚੀਜ਼ ਜਾਣਦੇ ਹਾਂ ਵੀ ਮਾਲਕ ਪਰਮਾਤਮਾ ਦੇ ਵਾਸਤੇ ਉਹ ਉੱਧਰ ਉਹਦੇ ਵਿੱਚ ਵੀ ਮਾਲਕ ਦੇ ਵਾਸਤੇ ਲਿਖਿਆ, ਇੱਧਰ ਵੀ ਮਾਲਕ ਦੇ ਵਾਸਤੇ ਹੀ ਹੈਗਾ। ਵੇਦ ਸ਼ਾਸਤਰ ਜਨ ਧਿਆਵੇਂ, ਤਰਨ ਕੋ ਸੰਸਾਰ। ਕਾਹਦੇ ਵਾਸਤੇ ਧਿਆਉਂਦੇ ਆ? ਕਿਉਂ ਪੜ੍ਹਦੇ ਆ ਗਿਆਨ? ਕਿਉਂ ਲੈਂਦੇ ਆ ਆਪਾਂ ਗਿਆਨ? ਕਿਉਂਕਿ ਇਹ ਸੰਸਾਰ ਜਿਹੜਾ ਹੈਗਾ ਔਖਾ ਹੈਗਾ। ਇਹਨੂੰ ਹੀ ਤਰਨਾ ਹੈ ਸੰਸਾਰ ਸਮੁੰਦੇ, ਤਾਰ ਗੋਬਿੰਦੇ ਤਾਰ ਲੈ ਬਾਪ ਬੀਟਲਾ। ਇਸੇ ਵਾਸਤੇ ਆਹੀ ਪਰਪਸ ਹੈਗਾ, ਹੋਰ ਕੀ ਪਰਪਸ ਹੈਗਾ? ਵੇਦ ਸ਼ਾਸਤਰ ਜਨ ਧਿਆਵੇਂ, ਤਰਨ ਕੋ ਸੰਸਾਰ। ਕਰਮ ਧਰਮ ਅਨੇਕ ਕਿਰਿਆ, ਸਭ ਉਪਰ ਨਾਮ ਆਚਾਰ। ਲਓ ਦੇਖ ਲਓ ਭਾਈ, ਕਹਿੰਦੇ ਜੋ ਵੀ ਕਰਮ ਧਰਮ ਦੇ ਨਾਮ ਤੇ ਕਰਮ ਹੈ, ਅਨੇਕ ਕਿਰਿਆਵਾਂ, ਜੋ ਕੁਛ ਵੀ ਆਪਾਂ ਧਰਮ ਦੇ ਰਸਤੇ ਤੇ ਮਾਲਕ ਨੂੰ ਮਿਲਣ ਦੇ ਵਾਸਤੇ ਰਸਤੇ ਤੇ ਕਰ ਰਹੇ ਹਾਂ, ਜੋ ਵੀ ਗਿਆਨ ਲੈ ਰਹੇ ਹਾਂ, ਜੋ ਕੁਛ ਵੀ ਧਿਆਨ ਕਰ ਰਹੇ, ਕਹਿੰਦੇ ਸਾਰਿਆਂ ਤੋਂ ਉੱਪਰ ਨਾਮ ਵਾਲਾ ਆਚਾਰ ਹੈਗਾ ਭਾਈ। ਨਾਮ ਦਾ ਇਹ ਆਪਣੇ ਅੰਦਰ ਜਿਹੜਾ ਹੈਗਾ ਪਰਮੇਸ਼ਰ ਦਾ ਧਿਆਨ ਸਿਮਰਨ ਜਿਹੜਾ ਹੈਗਾ, ਇਸ ਤੋਂ ਉੱਪਰ ਕੋਈ ਚੀਜ਼ ਨਹੀਂ ਹੈਗੀ, ਕੋਈ ਕਿਰਿਆ ਨਹੀਂ ਹੈਗੀ। ਸਭ ਉੱਪਰ ਨਾਮ ਆਚਾਰ।
ਕਾਮ ਕ੍ਰੋਧ ਅਹੰਕਾਰ ਬਿਨਸੈ ਮਿਲੈ ਸਤਿਗੁਰ ਦੇਵ। ਔਰ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਜਿਹੜੇ ਹੈਗੇ ਇਸੇ ਦੇ ਨਾਲ ਬਿਨਸ ਜਾਣੇ ਆ ਭਾਈ। ਜੇ ਗਿਆਨ ਮਿਲ ਗਿਆ, ਜੇ ਪ੍ਰੋਪਰ ਜਿਹੜੇ ਹੈਗੇ ਪੂਰਨ ਗੁਰੂ ਲੱਭ ਗਏ, ਪੂਰਨ ਸਤਿਗੁਰ ਪ੍ਰਕਾਸ਼ ਰੂਪ ਜਿਹੜਾ ਹੈਗਾ, ਜੇ ਬ੍ਰਹਮ ਗਿਆਨ ਆਪਾਂ ਨੂੰ ਸ਼ਬਦ ਬ੍ਰਹਮ ਮਿਲ ਗਿਆ, ਤਾਂ ਜੇ ਸਹੀ ਗਾਈਡੈਂਸ ਲੱਭ ਗਈ ਤਾਂ ਕੀ ਸਹੀ ਗਾਈਡੈਂਸ? ਨਾਮ ਦ੍ਰਿੜ ਕਰ ਭਗਤ ਹਰ ਕੀ ਭਲੀ ਪ੍ਰਭ ਕੀ ਸੇਵ। ਆਹੀ ਹੈ ਭਲੀ ਪਾਈ ਪਰਮਾਤਮਾ ਦੀ ਸੇਵ। ਨਾਮ ਨੂੰ ਦ੍ਰਿੜ ਕਰ ਲਾ, ਇਹੀ ਭਗਤੀ ਹੈ ਭਾਈ ਪਰਮਾਤਮਾ ਦੀ। ਨਾਮ ਦ੍ਰਿੜ ਕਰ ਭਗਤ ਹਰ ਕੀ, ਨਾਮ ਦ੍ਰਿੜ ਕਰ ਭਗਤ ਹਰ ਕੀ ਭਲੀ ਪ੍ਰਭ ਕੀ ਸੇਵ। ਉਹ ਮਾਲਕ ਪਰਮਾਤਮਾ ਦੀ ਆਹੀ ਸੇਵਾ, ਆਹੀ ਭਲੀ ਹੈ ਭਾਈ, ਇਹੀ ਭਗਤੀ ਹੈ। ਕਰ ਇਹਨੂੰ, ਭਗਤੀ ਨੂੰ ਕਰ। ਨਾਮ ਦ੍ਰਿੜ ਹੋ ਜਾਏਗਾ ਜੇ ਭਗਤੀ ਕਰੇਗਾ ਤੇ। ਨਾਮ ਦ੍ਰਿੜ ਕਰ ਭਗਤ ਹਰ ਕੀ, ਚਰਨ ਸ਼ਰਨ ਦਿਆਲ ਤੇਰੀ ਤੂੰ ਨਿਮਾਣੇ ਮਾਣ। ਮੈਂ ਤਾਂ ਮਾਲਕਾ ਤੇਰੇ ਸੋਹਣੇ ਸ਼ਬਦ ਰੂਪੀ ਚਰਨਾਂ ਦੀ ਸ਼ਰਨ ਦੇ ਵਿੱਚ ਹੈਗਾ, ਤੇਰੀ ਸ਼ਰਨ ਦੇ ਵਿੱਚ ਹੈਗਾ ਮਾਲਕਾ। ਤੂੰ ਨਿਮਾਣੇ ਦਾ ਮਾਣ ਹੈਗਾ। ਮੇਰਾ ਕੀ ਮਾਣ ਹੈ ਮਾਲਕਾ? ਜੀ ਪ੍ਰਾਣ ਆਧਾਰ ਤੇਰਾ, ਨਾਨਕ ਕਾ ਪ੍ਰਭ ਤਾਣ। ਤੂੰ ਮੇਰੇ ਜੀ ਦਾ, ਮੇਰੇ ਪ੍ਰਾਣਾਂ ਦਾ ਆਸਰਾ ਹੈਗਾ ਆ। ਮੈਨੂੰ ਤਾਂ ਤੇਰਾ ਹੀ ਤਾਣ ਆ ਮਾਲਕਾ, ਮੈਨੂੰ ਤਾਂ ਤੇਰਾ ਹੀ ਤਾਣ ਹੈਗਾ। ਤਾਣ ਕਹਿੰਦੇ ਆ ਤਾਕਤ। ਮੇਰੇ ਕੋਲ ਤਾਂ ਤੇਰਾ ਹੀ, ਤੂੰ ਹੀ ਹੈਗਾ ਆ। ਮੇਰੇ ਕੋਲ ਤੇਰਾ ਹੀ ਜ਼ੋਰ ਹੈਗਾ। ਆਸਾ ਮਹਲਾ ਪੰਜਵਾਂ। ਡੋਲ ਡੋਲ ਮਹਾ ਦੁੱਖ ਪਾਇਆ ਬਿਨਾ ਸਾਧੂ ਸੰਗ। ਕਹਿੰਦੇ ਇੰਨੇ ਜਨਮ ਹੋ ਗਿਆ, ਦੇਖ ਲਓ, ਇੰਨੇ ਮਾਇਆ ਦੇ ਵਿੱਚ, ਮਾਇਆ ਹੀ ਬਸ ਦੇ ਵਿੱਚ, ਜਿਹੜੇ ਸੰਸਾਰ ਸਮੁੰਦਰ ਦੇ ਵਿੱਚ ਜਿਵੇਂ ਜਿਹੜੀ ਹੈਗੀ ਇੱਕ ਕਿਸ਼ਤੀ ਜਿਹੜੀ ਹੈਗੀ ਆ, ਇੱਕ ਜਹਾਜ਼ ਜਿਹੜਾ ਹੈਗਾ ਡੋਲ ਡੋਲ ਕੇ ਵਿੱਚੇ ਡੁੱਬ ਜਾਂਦਾ ਹੈ। ਕਹਿੰਦੇ ਐਸੇ ਤਰੀਕੇ ਦੇ ਨਾਲ ਇਹ ਇੰਨੇ ਦੁੱਖ, ਮਹਾ ਦੁੱਖ ਪਾਇਆ ਬਿਨਾ ਸਾਧੂ ਸੰਗ। ਪ੍ਰੋਪਰ ਗਾਈਡੈਂਸ ਨਹੀਂ ਹੈ, ਪ੍ਰੋਪਰ ਗਿਆਨ ਨਹੀਂ ਹੈਗਾ, ਬ੍ਰਹਮ ਗਿਆਨ ਸ਼ਬਦ ਬ੍ਰਹਮ ਨਹੀਂ ਹੈਗਾ ਭਾਈ, ਗੁਰੂ ਦੀ ਮੱਤ ਨਹੀਂ ਹੈਗੀ। ਡੋਲ ਡੋਲ ਮਹਾ ਦੁੱਖ ਪਾਇਆ ਬਿਨਾ ਸਾਧੂ ਸੰਗ, ਸਾਧੂ ਦੇ ਸੰਗਤ ਤੋਂ ਬਗੈਰ। ਡੋਲ ਡੋਲ ਮਹਾ ਦੁੱਖ ਪਾਇਆ ਬਿਨਾ ਸਾਧੂ ਸੰਗ, ਖਾਟ ਲਾਭ ਗੋਬਿੰਦ ਹਰ ਰਸ, ਪਾਰ ਬ੍ਰਹਮ ਇੱਕ ਰੰਗ। ਕਹਿੰਦੇ ਲਾਭ ਲੈ ਲਾ ਪਿਆਰਿਆ, ਲਾਭ ਲੈ ਲਾ। ਖਾਟ ਲਾਭ ਗੋਬਿੰਦ ਹਰ ਰਸ, ਉਸ ਮਾਲਕ ਪਰਮਾਤਮਾ ਦਾ ਅਸਲੀ ਜਿਹੜਾ ਹੈਗਾ ਅੰਮ੍ਰਿਤ ਰਸ, ਅਸਲੀ ਜਿਹੜਾ ਹੈਗਾ ਜਿਹੜਾ ਲਾਭ, ਉਹਨੂੰ ਖੱਟੀ ਕਰ ਲਾ ਲਾਭ ਦੀ, ਅੰਮ੍ਰਿਤ ਰਸ ਤੱਕ ਚਲੇ ਜਾ। ਪਾਰ ਬ੍ਰਹਮ ਇੱਕ ਰੰਗ, ਪਰਮੇਸ਼ਰ ਦੇ ਰੰਗ ਦੇ ਵਿੱਚ, ਇੱਕ ਮਾਲਕ ਪਰਮਾਤਮਾ ਦੇ ਰੰਗ ਦੇ ਵਿੱਚ ਰੰਗਿਆ ਜਾ ਭਾਈ। ਤੂੰ ਬਹੁਤ ਜ਼ਿਆਦਾ ਜੂਨਾਂ 'ਚ ਜਾ ਚੁੱਕਾ ਹੈ ਔਰ ਡੋਲ ਡੋਲ ਕੇ ਬਹੁਤ ਦੁੱਖ ਪਾ ਚੁੱਕਾ ਹੈ। ਹੁਣ ਇਸ ਟਾਈਮ ਜਿਹੜਾ ਹੈਗਾ ਤੇਰੇ ਕੋਲ ਮੌਕਾ ਹੈਗਾ, ਔਰ ਗੁਰੂ ਦੀ ਸੰਗਤ ਕਰ ਲਾ, ਸਾਧੂ ਦਾ ਸੰਗ ਕਰ ਲਾ, ਔਰ ਆ ਜਿਹੜਾ ਹੈਗਾ ਲਾਭ ਲੈ ਲਾ ਪਿਆਰਿਆ। ਇਸ ਜਨਮ 'ਚ, ਆ ਜਨਮ ਨੂੰ ਵੀ ਐਵੇਂ ਹੀ ਨਾ ਜਿਹੜਾ ਹੈਗਾ ਇਹ ਘਾਟੇ ਦੇ ਸੌਦਾ ਕਰ। ਇਸ ਜਨਮ ਦੇ ਵਿੱਚ ਵੀ ਆ ਕੇ, ਇਸ ਜਨਮ ਦੇ ਵਿੱਚ ਵੀ ਆ ਕੇ ਤੂੰ ਘਾਟੇ ਦਾ ਹੀ ਸੌਦਾ ਕਰ ਰਿਹਾ ਹੈ। ਲਾਭ ਖੱਟੀ ਕਰ ਕੁਛ ਨਾ ਕੁਛ, ਅੰਮ੍ਰਿਤ ਰਸ ਤੱਕ ਜਾ, ਪਰਮੇਸ਼ਰ ਦੇ ਰੰਗ ਦੇ ਵਿੱਚ ਰੰਗਿਆ ਜਾ। ਕਿਵੇਂ ਜੀ ਮਹਾਰਾਜ? ਹਰ ਕੋ ਨਾਮ ਜਪੀਏ ਨੀਤ। ਕਹਿੰਦੇ ਪਰਮੇਸ਼ਰ ਦਾ ਨਾਮ ਧਿਆਨ ਸਿਮਰਨ ਕਰ, ਜਪ ਪਰਮੇਸ਼ਰ ਦੇ ਨਾਮ ਨੂੰ ਨਿਤ ਕਰ। ਆ ਨਿਤਨੇਮ ਨਾ ਭੁੱਲ ਪਿਆਰਿਆ, ਆ ਨਿਤਨੇਮ ਨਾ ਭੁੱਲ। ਹਰ ਕੋ ਨਾਮ ਜਪੀਏ ਨੀਤ, ਸਾਸ ਸਾਸ ਧਿਆਏ ਸੋ ਪ੍ਰਭ, ਤਿਆਗ ਅਵਰ ਪਰੀਤ ਰਹਾਓ। ਕਹਿੰਦੇ ਹਰ ਸਾਹ ਦੇ ਨਾਲ ਮਾਲਕ ਦਾ ਧਿਆਨ ਕਰ, ਉਸ ਮਾਲਕ ਪਰਮਾਤਮਾ ਨੂੰ। ਬਾਕੀ ਹੋਰ ਪ੍ਰੀਤ ਤਿਆਗ ਦੇ, ਮਾਇਆ ਨੂੰ ਨਾ ਤਿਆਗ ਪਿਆਰਿਆ। ਮਾਇਆ ਨੂੰ ਰਹਿਣ ਦੇ ਜਿਸ ਤਰ੍ਹਾਂ ਹੈਗਾ, ਯੂਜ਼ ਕਰ ਲਾ, ਪਰ ਉਹਦੇ ਨਾਲ ਅਟੈਚ ਨਾ ਹੋ। ਉਹਨੂੰ ਸਵਾਸ, ਉਹਨੂੰ ਜਿਹੜਾ ਹੈਗਾ ਉਹਨੂੰ ਜਿਹੜਾ ਹੈਗਾ ਉਹਦੇ ਵਿਚਾਰਾਂ ਦੇ ਵਿੱਚ, ਉਹਦੇ ਵਿੱਚ ਨਾ ਖੋ। ਸਾਸ ਸਾਸ ਧਿਆਏ ਸੋ ਪ੍ਰਭ, ਤਿਆਗ ਅਵਰ ਪਰੀਤ ਰਹਾਓ। ਕਰਨ ਕਾਰਨ ਸਮਰੱਥ ਸੋ ਪ੍ਰਭ, ਜੀ ਦਾਤਾ ਆਪ। ਇਹ ਕਰਨ ਕਰਾਉਣ ਵਾਲਾ ਉਹ ਮਾਲਕ ਸਮਰੱਥ ਹੈਗਾ, ਜੀ ਦਾ ਦਾਤਾ ਹੈ ਭਾਈ, ਤੇਰੀ ਆਤਮਾ ਦਾ ਦਾਤਾ ਹੈਗਾ, ਆਤਮਾ ਦੀ ਖੁਰਾਕ ਹੈਗਾ ਮਾਲਕ ਪਰਮਾਤਮਾ ਆਪ। ਤਿਆਗ ਸਗਲ ਸਿਆਣਪਾਂ, 8 ਪਹਿਰ ਪ੍ਰਭ ਜਾਪ। ਸਾਰੀਆਂ ਚਤੁਰਾਈਆਂ ਸਿਆਣਪਾਂ ਛੱਡ ਦੇ। ਮਨ ਨੂੰ ਜਿਹੜਾ ਹੈਗਾ ਇਹ ਜਿਹੜਾ ਚਲਾ ਰਿਹਾ ਹੈ ਆਪਣਾ ਜਿਹੜਾ ਹੈਗਾ ਵਿਚਾਰ ਪ੍ਰੋਸੈਸ, ਥਾਟ ਪ੍ਰੋਸੈਸ ਜਿਹੜੀ ਚੱਲ ਰਹੀ, ਲਹਿਰਾਂ ਉੱਠ ਰਹੀਆਂ, ਛੱਡ ਦੇ ਸਾਰੀਆਂ। ਤਿਆਗ ਸਗਲ ਸਿਆਣਪਾਂ, 8 ਪਹਿਰ ਪ੍ਰਭ ਜਾਪ। ਆਪਣੇ ਮਨ ਦੀ ਮਤ ਛੱਡ ਦੇ ਬਿਲਕੁਲ। 8 ਪਹਿਰ ਮਾਲਕ ਪਰਮਾਤਮਾ ਦਾ ਧਿਆਨ ਕਰ,
ਮਾਲਕ ਪਰਮਾਤਮਾ ਨੂੰ ਜਪ ਕਿ ਮਾਲਕ ਅੰਗ ਸੰਗ ਹਮੇਸ਼ਾ ਤੈਨੂੰ ਅੰਗ ਸੰਗ ਮਾਲਕ ਪਰਮਾਤਮਾ ਦੀ ਸੰਗਤ ਮਹਿਸੂਸ ਹੋਏ, ਮਾਲਕ ਹਮੇਸ਼ਾ ਨਾਲ ਰਹੇ ਤੇਰੇ। ਮੀਤ ਸਖਾ ਸਹਾਏ ਸੰਗੀ ਉੱਚ ਅਗਮ ਅਪਾਰ। ਉਹ ਮਾਲਕ ਪਰਮਾਤਮਾ ਅਸਲੀ ਮਿੱਤਰ ਆ ਤੇਰਾ, ਸਾਥੀ ਹੈਗਾ, ਸਹਾਇਕ ਹੈਗਾ, ਸੰਗੀ ਹੈਗਾ ਤੇਰਾ, ਸਭ ਤੋਂ ਉੱਚਾ, ਅਗਮ ਨਹੀਂ ਗਮਿਆ ਜਾਂਦਾ ਹੋਰ ਕਿਸੇ ਤਰੀਕੇ ਦੇ ਨਾਲ, ਅਪਾਰ ਪਾਰਾਵਾਰ ਨਹੀਂ ਪਾਇਆ ਜਾ ਸਕਦਾ ਉਸ ਦਾ ਮਾਲਕ ਪਰਮਾਤਮਾ ਦਾ। ਚਰਨ ਕਮਲ ਵਸਾਏ ਹਿਰਦੇ ਜੀ ਕੋ ਆਧਾਰ। ਉਸ ਮਾਲਕ ਪਰਮਾਤਮਾ ਦੇ ਸੋਹਣੇ ਸ਼ਬਦ ਰੂਪ ਚਰਨ ਹਿਰਦੇ ਦੇ ਵਿੱਚ ਵਸਾ ਲਾ। ਉਹ ਮਾਲਕ ਪਰਮਾਤਮਾ ਦੀ ਯਾਦ, ਉਹ ਤੇਰੇ ਜੀ ਦਾ ਆਧਾਰ ਬਣਾ ਲਾ ਉਸ ਮਾਲਕ ਪਰਮਾਤਮਾ ਨੂੰ, ਉਹੀ ਹੈਗਾ ਜੀ ਦਾ ਆਧਾਰ। ਕਰ ਕਿਰਪਾ ਪ੍ਰਭ ਪਾਰ ਬ੍ਰਹਮ ਗੁਣ ਤੇਰਾ ਜਸ ਗਾਉ। ਆਖਰੀ ਦੇ ਵਿੱਚ ਕੀ ਕਹਿ ਰਿਹਾ ਦੇਖੋ ਮਹਾਰਾਜ ਪੰਜਵੀਂ ਪਾਤਸ਼ਾਹੀ ਆਪਣੇ ਉੱਤੇ ਕਹਿ ਰਹੇ, ਆਪਣੇ ਉੱਤੇ ਲਗਾ ਕੇ, ਹੇ ਮੇਰੇ ਮਾਲਕਾ ਕਰ ਕਿਰਪਾ ਪ੍ਰਭ ਪਾਰ ਬ੍ਰਹਮ, ਤੂੰ ਹੀ ਆ ਬ੍ਰਹਮ ਪਾਰ, ਪਾਰ ਬ੍ਰਹਮ, ਇਸ ਬ੍ਰਹਮ ਤੋਂ, ਇਸ ਸੰਸਾਰ ਤੋਂ ਅੱਗੇ, ਇਸ ਸੰਸਾਰ ਸਮੁੰਦਰ ਤੋਂ ਅੱਗੇ। ਕਰ ਕਿਰਪਾ ਪ੍ਰਭ ਪਾਰ ਬ੍ਰਹਮ ਗੁਣ ਤੇਰਾ ਜਸ ਗਾਉ। ਮੈਂ ਤੇਰਾ ਧਿਆਨ ਸਿਮਰਨ ਤੇਰਾ ਜਸ ਗਾ ਸਕਾਂ, ਮੇਰੇ ਉੱਤੇ ਕਿਰਪਾ ਕਰ ਮਾਲਕਾ, ਮੇਰੇ ਉੱਤੇ ਕਿਰਪਾ ਕਰ, ਮੇਰੇ ਕੋਲੋਂ ਨਹੀਂ ਹੁੰਦਾ, ਤੂੰ ਕਰਾ, ਮੈਂ ਨਹੀਂ ਕਰ ਸਕਦਾ। ਕਰ ਕਿਰਪਾ, ਮੇਰੀ ਇੱਛਾ ਹੈਗੀ ਪਰ ਮੈਂ ਕਰ ਨਹੀਂ ਸਕਦਾ, ਤੂੰ ਮੇਰੇ ਅੰਦਰ ਮੇਰੇ ਕੋਲੋਂ ਕਰਵਾ, ਮੇਰੇ ਉੱਤੇ ਕਿਰਪਾ ਕਰ, ਮੇਰੇ ਉੱਤੇ ਮਿਹਰ ਕਰ। ਕਰ ਕਿਰਪਾ ਪ੍ਰਭ ਪਾਰ ਬ੍ਰਹਮ ਗੁਣ ਤੇਰਾ ਜਸ ਗਾਉ। ਸਰਬ ਸੁਖ ਵੱਡੀ ਵਡਿਆਈ ਜਪ ਜੀਵੈ ਨਾਨਕ ਨਾਉ। ਸਾਰੇ ਸੁੱਖ, ਸਭ ਤੋਂ ਵੱਡੀ ਉੱਚੀ ਅਵਸਥਾ ਤੇਰੇ ਨਾਮ ਦੇ ਵਿੱਚ ਹੈਗੀ ਆ। ਮਿਹਰ ਕਰ ਮਾਲਕਾ, ਮੈਂ ਜਿਹੜਾ ਹੈਗਾ ਤੇਰਾ ਨਾਮ ਜਪ ਕੇ ਆਤਮਿਕ ਰੂਪ ਦੇ ਵਿੱਚ ਜਿਹੜਾ ਹੈਗਾ ਆਤਮਿਕ ਰੂਪ 'ਚ ਜਿਉਂਦਾ ਹੋ ਜਾਵਾਂ। ਨਾਨਕ ਦੇ ਕਾਕੇ ਨੂੰ ਔਂਕੜ ਲੱਗੀ ਹੋਈ ਹੈ ਭਾਈ। ਸਰਬ ਸੁਖ ਵੱਡੀ ਵਡਿਆਈ ਜਪ ਜੀਵੈ ਨਾਨਕ ਨਾਉ। ਹਾਂਜੀ 3 ਹੋ ਗਏ, 6 ਹੈਗੇ ਲੜੀ ਦੇ ਮੋਤੀ, ਕੱਲ੍ਹ ਲੈ ਲਾਂਗੇ। ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਫਤਿਹ ਸਾਰੀ ਸੰਗਤ ਨੂੰ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਫਤਿਹ ਭਾਈ ਸਾਹਿਬ ਜੀ, ਸਾਰੇ ਸੰਗਤ ਨੂੰ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਫਤਿਹ ਬਾਬਾ ਜੀ। ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਫਤਿਹ ਸਾਧ ਸੰਗਤ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਹਾਂਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੇਖ ਲਓ ਜੀ ਆਸਾ ਰਾਗ ਦੇ ਵਿੱਚ ਜਿਹੜਾ ਹੈਗਾ ਕਿੰਨਾ ਜਿਹੜਾ ਹੈਗਾ ਬ੍ਰਹਮ ਗਿਆਨ ਪਿਆ ਹੋਇਆ ਆਸਾ ਰਾਗ ਦੇ ਵਿੱਚ। ਬਹੁਤ ਹੀ ਕਮਾਲ ਹੈ ਜੀ, ਬਹੁਤ ਹੀ ਕਮਾਲ ਹੈ। ਜੁਗਰਾਜ ਸਿੰਘ ਜੀ ਤੁਹਾਡਾ ਜਿਹੜਾ ਹੈਗਾ ਮਾਈਕ ਚੱਲ ਰਿਹਾ ਜੀ ਤੁਹਾਡਾ। ਹਾਂ ਕਦੀ ਸੋਚਿਆ ਵੀ ਨਹੀਂ ਸੀਗਾ ਕਿ ਇਸ ਤਰ੍ਹਾਂ ਜਿਹੜਾ ਹੈਗਾ ਦੇਖੋ ਕਿੰਨੇ ਜੀਵਨ ਗੁਜ਼ਰ ਗਿਆ ਜੀ ਇਹ ਪਾਠ ਕਰਦੇ ਕਰਦੇ, ਰੌਲਾ ਲਾਉਂਦੇ ਬਸ ਹਾਂ ਨਹੀਂ ਜਿਹੜੀ ਹੈਗੀ ਆ ਮਾਲਕ ਪਰਮਾਤਮਾ ਜਿਹੜਾ ਹੈਗਾ ਉਹਨੇ ਮਿਹਰ ਕੀਤੀ ਆ। ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ ਜੀ। ਤੇ ਆਪਾਂ ਨੇ ਜਿਹੜਾ ਹੈਗਾ ਹੁਣ ਜਿਹੜਾ ਹੈਗਾ ਸ਼ਬਦ ਅਭਿਆਸ ਜਿਹੜਾ ਆਪਾਂ ਜਿਹੜਾ ਪ੍ਰੈਕਟੀਕਲ ਜਿਹੜਾ ਕਰਦੇ ਹਾਂ ਉਹ ਜਿਹੜਾ ਹੈਗਾ ਪਿਆਰ ਦੇ ਨਾਲ ਜਿਹੜਾ ਹੈਗਾ ਆਪਾਂ ਨੇ ਮਾਲਕ ਨੂੰ ਪੁਕਾਰਨਾ ਹੈ। ਮਾਲਕ ਆਪਣੇ ਅੰਗ ਸੰਗ ਹੈਗਾ, ਆਪਣੀ ਜਿਹੜੀ ਹੈਗੀ ਆ ਆਪਣਾ ਜਿਹੜਾ ਮਨ ਤੇ ਸੁਰਤ ਉਹ ਮਾਲਕ ਪਰਮਾਤਮਾ ਆਪਣੇ ਨਾਲ ਹੈਗਾ, ਉਹਨੂੰ ਨਾਲ ਪੁਕਾਰ ਰਹੇ ਉਹਨੂੰ ਮਾਲਕ ਨੂੰ ਔਰ ਉਸ ਦੀ ਪ੍ਰੈਜ਼ੈਂਸ। ਬਸ ਇਸ ਤੋਂ ਬਾਅਦ ਜਿਹੜਾ ਹੈਗਾ ਆਪਾਂ ਇਹ ਇਸ ਤਰ੍ਹਾਂ ਹੀ ਜੀ ਜਿਹੜਾ ਹੈਗਾ ਆਪਾਂ ਅਭਿਆਸ ਕਰਨਾ ਹੈ, ਪੁਕਾਰਨਾ ਹੈ, ਫਿਰ ਚੁੱਪ ਹੋ ਜਾਣਾ ਹੈ। ਬਸ ਉਹ ਮਾਲਕ ਦੇ ਨਾਲ ਬਿਲਕੁਲ ਆਪਣੇ ਆਪ ਨੂੰ ਜਿਹੜਾ ਹੈਗਾ ਵਿਚਾਰ ਸ਼ੂਨਯ ਕਰ ਦੇਣਾ ਹੈ ਔਰ
ਬਸ ਆਹੀ ਇਹੀ ਧਿਆਨ ਸਿਮਰਨ ਹੈ। ਇਸੇ ਦੇ ਦੁਆਰਾ ਜਿਹੜਾ ਹੈਗੇ ਆਪਾਂ ਇਹ ਵਿਚਾਰ ਮੰਡਲ ਜਿਹੜੀਆਂ ਲਹਿਰਾਂ ਜਿਹੜੀਆਂ ਹੈਗੀਆਂ ਇਸ 'ਚੋਂ ਆਪਾਂ ਉੱਪਰ ਜਾ ਸਕਦੇ ਹਾਂ, ਕਿਉਂਕਿ ਇਹੀ ਭੌਜਲ ਹੈਗਾ, ਵਿਚਾਰਾਂ ਦਾ ਤਾਂ ਭੌਜਲ ਹੈਗਾ। ਇਸੇ 'ਚੋਂ ਨਿਕਲਣ ਦਾ ਇੱਕੋ ਇੱਕ ਆਹੀ ਜ਼ਰੀਆ ਹੈਗਾ। ਕਿਉਂਕਿ ਜਿਹੜਾ ਹੈਗਾ ਨਾ ਇੱਕ ਵਾਰੀ ਹੁਣ ਵਾਹਿਗੁਰੂ ਕਰਦੇ ਹਾਂ, ਫਿਰ ਜਿਹੜਾ ਹੈਗਾ ਫਿਰ ਉਸ ਦੇ ਬਾਅਦ ਜਿਹੜਾ ਹੈਗਾ ਫਿਰ ਬੋਲਦੇ ਹਾਂ, ਅਤੇ ਉਹ ਜਿਹੜਾ ਹੈਗਾ ਉਹ ਥੋੜ੍ਹਾ ਜਿਹਾ ਸਮਾਂ ਆਪਾਂ ਨੂੰ ਮਿਲਦਾ ਹੈ। ਉਹਦੇ ਵਿੱਚ ਜਿਹੜਾ ਹੈਗਾ ਆਪਾਂ ਜਿਹੜੇ ਹੈਗੇ ਆ ਭਾਵੇਂ ਜਿਹੜੇ ਨਾ 10 ਸੈਕਿੰਡ ਵਾਸਤੇ ਵੀ ਜੇ ਇਨਸਾਨ ਜਿਹੜਾ ਹੈਗਾ ਵਿਚਾਰ ਸ਼ੂਨਯ ਹੋ ਜਾਏ, 10 ਸੈਕਿੰਡ ਵਾਸਤੇ ਵੀ ਹੋ ਜਾਏ ਨਾ, ਬਹੁਤ ਵੱਡੀ ਗੱਲ ਹੈ ਜੀ, ਬਹੁਤ ਵੱਡੀ ਗੱਲ ਹੈ। ਐਸੇ ਤਰੀਕੇ ਦੇ ਨਾਲ 2 ਸੈਕਿੰਡ 3 ਸੈਕਿੰਡ 5 ਸੈਕਿੰਡ ਵਧੀ ਜਾਊਗਾ। ਇਹ ਇਸ ਤਰ੍ਹਾਂ ਹੀ ਆਪਾਂ ਫਿਰ ਵਿਚਾਰ ਮੰਡਲ ਤੋਂ ਬਾਹਰ ਹੋ ਜਾਂਦੇ।